ਕਿਰਪਾਲਤਾ ਕਰੀ, ਕਿਉਂਕਿ ਇਹ ਉਚੇਚੇ ਤੌਰ 'ਤੇ ਵਿਸਾਖੀ ਕਰਕੇ ਸਾਰੇ ਪ੍ਰੋਗਰਾਮ ਨੇ, ਸੋ ਵੱਧ ਤੋਂ ਵੱਧ ਆਪ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਭਾਈ ਸਰਾਂ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ। ਹੁਣ ਆਪ ਸੰਗਤਾਂ ਨੂੰ 50 ਮਿੰਟ ਵਾਸਤੇ ਭਾਈ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਆਪ ਸੰਗਤਾਂ ਨੂੰ ਪੰਥ ਪ੍ਰਕਾਸ਼ ਦੀ ਚੱਲ ਰਹੀ ਕਥਾ ਸਰਵਣ ਕਰਾ ਰਹੇ ਹਨ। ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਮਾਰੀ। ਹਮ ਨਾ ਸਖਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਤਬ ਨਵਾਬ ਨੇ ਨੌਵੇ ਲਗਾਏ, ਉਨਕੇ ਸੰਦੂ ਖੁੰਡੇ ਹੋ ਆਏ। ਤਬ ਨਵਾਬ ਨੇ ਨੌਵੇ ਲਗਾਏ, ਉਨਕੇ ਸੰਦ ਖੁੰਡੇ ਹੋ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰੂ ਦੀ ਕਿਰਪਾ ਦੇ ਨਾਲ ਇਤਿਹਾਸ ਦੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਚਰਖੜੀ ਤੇ ਚੜ੍ਹ ਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦੇ ਨੇ, ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਨਵਾਬ ਖਾਨ ਬਹਾਦਰ ਕਹਿੰਦਾ ਕਿ ਦੀਨੇ ਮਜਬ ਕਬੂਲ ਕਰ ਲੈ। ਪਰ ਖਾਲਸਾ ਜੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਨਕਾਰ ਕਰਦੇ ਨੇ। ਉਹ ਲਾਲਚ ਵੀ ਦਿੰਦਾ, ਪਰ ਭਾਈ ਤਾਰੂ ਸਿੰਘ ਜੀ ਉਹਦੇ ਲਾਲਚਾਂ ਵਿੱਚ ਨਹੀਂ ਆਉਂਦੇ। ਉਸ ਵਕਤ ਖਾਲਸਾ ਜੀ ਨਵਾਬ ਖਾਨ ਬਹਾਦਰ ਭਾਈ ਤਾਰੂ ਸਿੰਘ ਜੀ ਨੂੰ ਤਸੀਹੇ ਦੇਣ ਵਾਸਤੇ ਫਤਵਾ ਜਾਰੀ ਕਰਦਾ ਕਿ ਇਹਦੇ ਕੇਸ ਕਤਲ ਕਰ ਦਿਓ। ਤੇ ਖਾਲਸਾ ਜੀ ਨਵਾਬ ਨੇ ਫਿਰ ਆਪਣੇ ਨਾਈਆਂ ਨੂੰ ਬੁਲਾਇਆ, ਪਰ ਜਦੋਂ ਨਾਈ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟਣ ਲੱਗੇ, ਕਹਿੰਦੇ ਜਿੱਥੇ ਭਗਤੀ ਹੋਵੇ ਉੱਥੇ ਸ਼ਕਤੀ ਪ੍ਰਗਟ ਹੁੰਦੀ ਹੈ।
ਭਾਈ ਤਾਰੂ ਸਿੰਘ ਜੀ ਦੇ ਕੇਸ ਲੋਹੇ ਤੋਂ ਵੀ ਤਿੱਖੀਆਂ ਤਾਰਾਂ ਤੋਂ ਵੀ ਮਜ਼ਬੂਤ ਹੋ ਗਏ, ਲੋਹੇ ਤੋਂ ਵੀ ਮਜ਼ਬੂਤ ਹੋ ਗਏ। ਜਿਹੜੀਆਂ ਲੋਹੇ ਦੀਆਂ ਕੈਂਚੀਆਂ ਸੀ ਉਹ ਤੇ ਟੁੱਟ ਗਈਆਂ, ਪਰ ਭਾਈ ਤਾਰੂ ਸਿੰਘ ਜੀ ਦੇ ਕੇਸ ਨਹੀਂ ਕਤਲ ਹੋਏ। ਉੱਥੇ ਭਾਈ ਤਾਰੂ ਸਿੰਘ ਜੀ ਦੇ ਨਾਮ ਦੀ ਕਲਾ ਵਰਤੀ ਅਤੇ ਖਾਲਸਾ ਜੀ, ਜਿੱਥੇ ਅੱਜ ਆਪਾਂ ਭਾਈ ਤਾਰੂ ਸਿੰਘ ਜੀ ਦਾ ਸ਼ਹਾਦਤ ਦੀ ਸਾਖੀ ਸਰਵਣ ਕਰਾਂਗੇ, ਉੱਥੇ ਅੱਜ ਦੂਸਰੇ ਪਾਤਸ਼ਾਹ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤਿੰਨਾਂ ਦਾ ਜੋਤੀ ਜੋਤ ਦਿਵਸ ਵੀ ਹੈ। ਜਦੋਂ ਸਤਿਗੁਰਾਂ ਦੇ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਤੇ ਸਤਿਗੁਰਾਂ ਦੇ ਸ਼ਬਦ ਆਪਾਂ ਇਹ ਵਰਤਦੇ ਸਤਿਗੁਰੂ ਪ੍ਰਤੀ, ਜਾਂ ਤਾਂ ਪ੍ਰਕਾਸ਼ ਪੁਰਬ ਤੇ ਜਾਂ ਜੋਤੀ ਜੋਤ ਪੁਰਬ, ਜੋਤੀ ਜੋਤ ਸਮਾ ਗਏ। ਪਰ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ, ਜਦੋਂ ਕੋਈ ਬੰਦਾ ਸਵਾਸ ਪੂਰੇ ਕਰ ਲੈਂਦਾ ਹੈ, ਸਰੀਰ ਛੱਡ ਦਿੰਦਾ ਹੈ, ਤੇ ਲੋਕ ਕਹਿੰਦੇ ਨੇ ਇਹ ਮਰ ਗਿਆ। ਤੇ ਜੇ ਕੋਈ ਸਤਿਕਾਰ ਦੇਣਾ ਹੋਵੇ ਤੇ ਬੰਦੇ ਕਹਿ ਦਿੰਦੇ ਨੇ ਚੜ੍ਹਾਈ ਕਰ ਗਿਆ। ਪਰ ਸਤਿਗੁਰੂ ਪ੍ਰਤੀ ਸ਼ਬਦ ਵਰਤਿਆ ਜਾਂਦਾ ਜੋਤੀ ਜੋਤ ਸਮਾ ਗਏ ਨੇ। ਉਹਦੇ ਪਿੱਛੇ ਕਾਰਨ ਬੜਾ ਵੱਡਾ ਹੈ। ਜੋਤ ਸਾਰਿਆਂ ਵਿੱਚ ਹੈ, ਪਰ ਜਿਹਦੀ ਜੋਤ ਪਰਮ ਆਤਮਾ ਦੀ ਜੋਤ ਨਾਲ ਮਿਲ ਜਾਵੇ, ਅਸਲ ਵਿੱਚ ਉਹੀ ਜੋਤੀ ਜੋਤ ਸਮਾ ਸਕਦਾ ਹੈ, ਦੂਜਾ ਜੋਤੀ ਜੋਤ ਵੀ ਨਹੀਂ ਸਮਾ ਸਕਦਾ। ਸੂਰਜ ਕਿਰਨ ਮਿਲੈ ਜਲਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਸੱਚਮੁੱਚ ਗੁਰੂ ਨਾਨਕ ਦੀ ਜੋਤ ਦੇ ਨਾਲ ਇੱਕਮਿਕ ਹੋਏ ਨੇ। ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਸਨ ਨਾ, ਕਹਿੰਦੇ ਉਸ ਤੋਂ ਬਾਅਦ ਇੰਨਾ ਕਿ ਵੈਰਾਗ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਲੱਗ ਗਿਆ ਕਿ ਸੰਗਤ ਦੇ ਨਾਲ ਸਤਿਗੁਰੂ ਨੇ ਮਿਲਾਪ ਬਿਲਕੁਲ ਬੰਦ ਕਰ ਦਿੱਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਇਕਾਂਤ ਦੇ ਵਿੱਚ ਚਲੇ ਗਏ, ਤੇ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੋਚਦੀ ਹੈ। ਤੇ ਜਦੋਂ ਖਾਲਸਾ ਜੀ ਸਤਿਗੁਰੂ ਦੇ ਦਰਸ਼ਨ ਨਾ ਹੋਏ, ਸਾਰੀ ਸੰਗਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਗਈ, ਬੇਨਤੀ ਕੀਤੀ ਕਿ ਸਤਿਗੁਰੂ ਦੇ ਦਰਸ਼ਨ ਨਹੀਂ ਹੋ ਰਹੇ, ਪਰ ਤੁਹਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਤੇਰੇ ਤੋਂ ਕਦੇ ਓਲੇ ਨਾ ਹੋਸਾਂ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਉਸ ਥਾਂ ਤੇ ਗਏ ਜਿੱਥੇ ਭਾਈ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਇਕਾਂਤ ਦੇ ਵਿੱਚ ਸਨ। ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਇਕਾਂਤ ਵਾਸ ਕਮਰੇ ਦੇ ਬਾਹਰ ਬਾਬਾ ਬੁੱਢਾ ਸਾਹਿਬ ਜੀ ਸਾਰੀ ਸੰਗਤ ਦੇ ਨਾਲ ਬੈਠ ਕਰਕੇ ਕੀਰਤਨ ਕਰਦੇ ਨੇ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਸ਼ਬਦਾਂ ਦੀ ਆਵਾਜ਼ ਗੁਰੂ ਅੰਗਦ ਸਾਹਿਬ ਨੂੰ ਪਈ, ਸਤਿਗੁਰੂ ਬਾਹਰ ਆਏ, ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖਿਆ ਤੇ ਬਚਨ ਕੀਤੇ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਇੰਨਾ ਵੈਰਾਗ ਸਤਿਗੁਰੂ ਦੇ ਨਾਲ ਸੱਚਮੁੱਚ ਜੋਤ ਦੇ ਨਾਲ ਮਿਲ ਗਈ, ਤਾਂ ਜਾ ਕਰਕੇ ਖਾਲਸਾ ਜੀ ਕੋਈ ਜੋਤੀ ਜੋਤ ਦੇ ਨਾਲ ਸਮਾ ਜਾਂਦੀ ਹੈ। ਸੋ ਐਸੇ ਮਹਾਨ ਪਰਉਪਕਾਰੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਜੋਤੀ ਜੋਤ ਦਿਵਸ ਵੀ ਹੈ। ਸੋ ਆਓ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਨਵਾਬ ਨੇ ਨੌਵੇ ਲਗਾਏ। ਨਵਾਬ ਖਾਨ ਬਹਾਦਰ ਨੇ ਭਾਈ ਤਾਰੂ ਸਿੰਘ ਜੀ ਦੇ ਕੇਸ ਕਤਲ ਕਰਾਉਣ ਲਈ, ਕਟਵਾਉਣ ਲਈ ਆਪਣੇ ਨਾਈਆਂ ਨੂੰ ਬੁਲਾਇਆ। ਉਨਕੇ ਸੰਦ ਖੁੰਡੇ ਹੋ ਆਏ। ਪਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਸਿਮਰਨ ਕੀਤਾ, ਭਜਨ ਕੀਤਾ। ਕਹਿੰਦੇ ਸਿਮਰਨ ਭਜਨ ਦੀ ਤਾਕਤ ਦੇ ਨਾਲ ਕੇਸ ਲੋਹੇ ਤੋਂ ਵੀ ਮਜ਼ਬੂਤ ਹੋ ਗਏ। ਪਰ ਖਾਲਸਾ ਜੀ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟੇ ਨਹੀਂ ਗਏ, ਲੋਹੇ ਦੀਆਂ ਕੈਂਚੀਆਂ ਵੀ ਟੁੱਟ ਗਈਆਂ। ਕਿਉਂਕਿ ਨਾ ਜਿਹੜਾ ਸਿਮਰਨ ਕਰਦਾ, ਭਜਨ ਕਰਦਾ, ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਮੈਂ ਇੱਕ ਨਿੱਕਾ ਜਿਹਾ ਨੁਕਤਾ ਭਜਨ ਬੰਦਗੀ ਬਾਰੇ ਸਾਂਝਾ ਕਰਾਂ। ਵੈਸੇ ਜਿਹੜੇ ਭਜਨ ਕਰਦੇ ਨੇ ਇਹ ਉਹ ਅਨੁਭਵ ਕਰ ਸਕਦੇ ਨੇ, ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਕਠਿਨ ਹੈ। ਖਾਲਸਾ ਜੀ ਬੰਦੇ ਦੇ ਕੋਲ ਇੱਕ ਸ਼ਕਤੀ ਹੈ, ਬਹੁਤ ਵੱਡੀ ਤਾਕਤ ਪਰਮਾਤਮਾ ਵੱਲੋਂ ਦਿੱਤੀ ਗਈ ਹੈ। ਜਿਸ ਤਾਕਤ ਨੂੰ, ਜਿਸ ਸ਼ਕਤੀ ਨੂੰ ਹਰ ਇੱਕ ਵਿਅਕਤੀ
ਮਾਫ ਕਰਨਾ ਕਾਮ ਰਸ ਦੇ ਵਿੱਚ ਜਾਂ ਸੰਸਾਰਿਕ ਵਿਸ਼ਿਆਂ ਵਕਾਰਾਂ ਦੇ ਵਿੱਚ ਗਵਾ ਰਿਹਾ ਹੈ, ਵਿਅਰਥ ਗਵਾ ਰਿਹਾ ਹੈ। ਸਤਿਗੁਰੂ ਕਹਿੰਦੇ ਜਿਹੜੀ ਉਹ ਸ਼ਕਤੀ ਬੰਦੇ ਨੂੰ ਦਿੱਤੀ ਹੈ ਨਾ, ਉਸ ਸ਼ਕਤੀ ਦੇ ਵਿੱਚੋਂ ਜਿੱਥੇ ਸੰਤਾਨ ਪੈਦਾ ਹੁੰਦੀ ਹੈ, ਉਸੇ ਸ਼ਕਤੀ ਦੇ ਵਿੱਚੋਂ ਭਗਵਾਨ ਵੀ ਪ੍ਰਗਟ ਹੋ ਸਕਦਾ ਹੈ। ਜਿਹੜੇ ਭਗਤੀ ਕਰਦੇ ਨੇ ਉਹਨਾਂ ਦੀ ਉਹ ਜਿਹੜੀ ਸ਼ਕਤੀ ਹੈ, ਜਦੋਂ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਦੋਵੇਂ ਹੱਥ ਜੋੜ ਕੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਦੀ ਧੁਨੀ ਦੇ ਵਿੱਚ ਸੁਰਤ ਜੋੜ ਕੇ ਅਭਿਆਸ ਕਰਦੇ ਨੇ ਨਾ ਸਿਮਰਨ ਦਾ, ਜਦੋਂ ਬਾਰ-ਬਾਰ ਵਾਹਿਗੁਰੂ 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 ਪੜ੍ਹਦੇ ਨੇ ਤਾਂ ਨਾਭੀ ਤੋਂ ਉਹ ਸ਼ਕਤੀ ਪ੍ਰਗਟ ਹੋ ਕਰਕੇ ਹਿਰਦੇ ਦੇ ਵਿੱਚੋਂ ਲੰਘਦੀ ਹੈ। ਫਿਰ ਜਿਹੜਾ ਸ਼ਬਦ ਪੜ੍ਹਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਜਦੋਂ ਹਿਰਦੇ ਦੇ ਵਿੱਚ ਨਾਮ ਦੀ ਧੁਨੀ ਪਹੁੰਚਦੀ ਹੈ ਨਾ ਖਾਲਸਾ ਜੀ, ਉੱਥੇ ਫਿਰ ਪਵਨ ਦਾ ਵਾਜਾ ਵੱਜਦਾ ਹੈ, ਜੋ ਹਰ ਇੱਕ ਗੁਰਸਿੱਖ ਨੇ ਵਜਾਉਣਾ, ਜੋ ਸਾਸ ਗਿਰਾਸ ਧਿਆਵੇ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਸ ਤੋਂ ਬਾਅਦ ਹਿਰਦੇ ਤੋਂ ਬਾਅਦ ਉਹ ਕੰਠ ਤੱਕ ਪਹੁੰਚਦੀ ਹੈ, ਕੰਠ ਦੇ ਵਿੱਚ ਨਾਮ ਚੱਲਣ ਲੱਗ ਜਾਂਦਾ ਹੈ। ਉਸ ਤੋਂ ਬਾਅਦ ਖਾਲਸਾ ਜੀ ਕੰਠ ਦੁਆਰਾ ਹੁੰਦੇ ਹੋਏ ਉਹ ਨਾਮ ਰਸ ਦੀ ਸ਼ਕਤੀ ਸਾਡੇ ਮਸਤਕ 'ਚ ਪਹੁੰਚਦੀ ਹੈ, ਜਿਸ ਨੂੰ ਦਸਮ ਦੁਆਰ ਵੀ ਕਿਹਾ ਜਾਂਦਾ ਹੈ। ਤੇ ਖਾਲਸਾ ਜੀ ਜਦੋਂ ਦਸਮ ਤੇ ਸ਼ਕਤੀ ਪਹੁੰਚ ਜਾਂਦੀ ਹੈ ਭਜਨ ਬੰਦਗੀ ਕਰਕੇ, ਨਾਮ ਰਸ ਦੀ ਤਾਕਤ, ਕਹਿੰਦੇ ਉਹ ਨਾਮ ਰਸ ਦੀ ਤਾਕਤ ਜਦੋਂ ਇੱਥੇ ਇਕੱਤਰਤ ਹੋਣ ਲੱਗ ਜਾਂਦੀ ਹੈ ਨਾ, ਤੇ ਬੰਦੇ ਦੇ ਅੰਦਰ ਪਰਮਾਤਮਾ ਦੀ ਇਲਾਹੀ ਤਾਕਤ ਵਰਤਣ ਲੱਗ ਜਾਂਦੀ ਹੈ। ਬੰਦੇ ਦੀ ਜਿਹੜੀ ਆਤਮਾ ਹੈ ਸਰੀਰ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦੀ ਹੈ। ਫਿਰ ਭਾਵੇਂ ਬੰਦ ਵੀ ਕੱਟਿਆ ਜਾਵੇ, ਪਰ ਨਾਮ ਦੀ ਤਾਕਤ ਦੇ ਨਾਲ ਦੁੱਖ ਦਾ ਪ੍ਰਭਾਵ ਨਹੀਂ ਪੈਂਦਾ। ਖਾਲਸਾ ਜੀ ਅੱਜ ਉਹੀ ਨਾਮ ਦੀ ਤਾਕਤ ਜਿਹੜੀ ਭਾਈ ਤਾਰੂ ਸਿੰਘ ਜੀ ਦੇ ਮਸਤਕ ਵਿੱਚ ਇਕੱਤਰਤ ਸੀ, ਉਸ ਸਿਮਰਨ ਦੀ ਵਾਹਿਗੁਰੂ ਗੁਰਮੰਤਰ ਦੀ ਤਾਕਤ ਦੇ ਨਾਲ ਭਾਈ ਤਾਰੂ ਸਿੰਘ ਜੀ ਦੇ ਕੇਸ ਲੋਹੇ ਤੋਂ ਵੀ ਮਜ਼ਬੂਤ ਹੋ ਗਏ, ਪਰ ਕੇਸ ਕੱਟੇ ਨਹੀਂ ਗਏ। ਉਹਨਾਂ ਦੀਆਂ ਲੋਹੇ ਦੀਆਂ ਕੈਂਚੀਆਂ ਟੁੱਟ ਗਈਆਂ, ਪਰ ਭਾਈ ਤਾਰੂ ਸਿੰਘ ਜੀ ਦਾ ਇੱਕ ਵੀ ਕੇਸ ਨਹੀਂ ਕੱਟਿਆ ਗਿਆ। ਪਰ ਇਹ ਕਲਾ ਵੀ ਤਾਂ ਵਰਤਦੀ ਆ ਜੇ ਪੱਲੇ ਕੋਈ ਨਾਮ ਸਿਮਰਨ ਹੋਵੇ, ਪੱਲੇ ਕੋਈ ਭਜਨ ਬੰਦਗੀ ਹੋਵੇ। ਬਿਨਾਂ ਇਬਾਦਤ ਤੋਂ, ਬਿਨਾਂ ਭਜਨ ਤੋਂ ਸ਼ਹਾਦਤ ਨਹੀਂ ਹੁੰਦੀ। ਸੋ ਨਾਈ ਬੁਲਾਏ, ਪਰ ਖਾਲਸਾ ਜੀ ਨਾਈਆਂ ਦੀਆਂ ਕੈਂਚੀਆਂ ਟੁੱਟ ਗਈਆਂ, ਪਰ ਭਾਈ ਤਾਰੂ ਸਿੰਘ ਜੀ ਦਾ ਕੇਸ ਨਾ ਕਤਲ ਹੋਏ। ਜਿਮ ਜਿਮ ਨੌਵੇ ਫੇਰ ਲਗਾਵੇ, ਤੇ ਕਹਿੰਦੇ ਜਦੋਂ ਨਵਾਬ ਡਰਾਉਂਦਾ ਵੀ ਦੁਬਾਰਾ ਫਿਰ ਯਤਨ ਕਰੋ, ਕਹਿੰਦੇ ਨਾਈ ਦੁਬਾਰਾ ਫਿਰ ਕੈਂਚੀਆਂ ਭਾਈ ਤਾਰੂ ਸਿੰਘ ਜੀ ਦੇ ਕੇਸਾਂ ਨੂੰ ਲਗਾਉਂਦੇ ਨੇ। ਤਿਮ ਤਿਮ ਉਨ ਹੱਥ ਭੈੜੇ ਪਾਵੈ, ਪਰ ਕਹਿੰਦੇ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਜੀ ਵੱਲ ਹੱਥ ਵਧਾਉਂਦੇ ਕੈਂਚੀਆਂ ਪਕੜ ਕੇ, ਤੇ ਜਦੋਂ ਇੱਧਰ ਗੁਰੂ ਕੇ ਸਿੱਖ ਦੇ ਲਾਲ ਨੇਤਰਾਂ ਨੂੰ ਤੱਕਦੇ, ਕਹਿੰਦੇ ਉਹਨਾਂ ਦੇ ਹੱਥ ਕੰਬਦੇ, ਹੱਥਾਂ ਦੇ ਵਿੱਚੋਂ ਕੈਂਚੀਆਂ ਥੱਲੇ ਡਿੱਗਦੀਆਂ ਨੇ। ਤਿਮ ਤਿਮ ਜਿਮ ਜਿਮ ਨੌਵਨ ਨਵਾਬ ਡਰਾਵੇ, ਹੁਣ ਇਧਰੋਂ ਕੈਂਚੀਆਂ ਪਕੜ ਨਹੀਂ ਸਕਦੇ। ਭਾਈ ਤਾਰੂ ਸਿੰਘ ਦੇ ਚਿਹਰੇ ਤੇ ਜਲਾਲ ਐਸਾ ਹੈ ਵੀ ਭਾਈ ਤਾਰੂ ਸਿੰਘ ਜੀ ਦੇ ਚਿਹਰੇ ਵੱਲ ਵੇਖਿਆ ਨਹੀਂ ਜਾ ਰਿਹਾ, ਤੇ ਨਵਾਬ ਸੋਚਦਾ ਵੀ ਕੰਮ ਕਿਉਂ ਨਹੀਂ ਕਰ ਰਹੇ, ਜੋ ਹੁਕਮ ਦਿੱਤਾ ਕੇਸ ਕਿਉਂ ਨਹੀਂ ਕੱਟ ਰਹੇ। ਖਾਲਸਾ ਜੀ ਨਵਾਬ ਫਿਰ ਨਾਈਆਂ ਨੂੰ ਡਰਾਉਂਦਾ ਹੈ, ਨਾਈਆਂ ਨੂੰ ਧਮਕਾਉਂਦਾ ਹੈ ਕਿ ਛੇਤੀ ਕਰਕੇ ਇਸ ਗੁਰੂ ਕੇ ਸਿੱਖ ਦੇ ਕੇਸ ਕੱਟ ਦਿਓ। ਤਿਮ ਤਿਮ ਨੌਵਨ ਹੱਥ ਕੰਪਾਵੈ, ਕਹਿੰਦੇ ਜਿਵੇਂ ਜਿਵੇਂ ਹੱਥ ਵਧਾਉਂਦੇ ਨਾਈਆਂ ਦੇ ਹੱਥ ਕੰਬਦੇ ਨੇ। ਕਲਾ ਖਾਲਸੇ ਤਬ ਐਸੀ ਕਈ, ਆ ਹੈ ਕਲਾ, ਇਹ ਵਾਹਿਗੁਰੂ ਦੇ ਨਾਮ ਦੀ ਕਲਾ, ਇਹ ਖਾਲਸੇ ਦੀ ਕਲਾ ਜਿਹੜੀ ਨਾਮ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਖਾਲਸਾ ਜੀ ਇਹ ਹੈ ਜੋ ਭਾਈ ਤਾਰੂ ਸਿੰਘ ਨੇ ਸਿਮਰਨ ਕਰਕੇ ਭਜਨ ਕਰਕੇ ਰੋਜ਼ ਮੰਗਿਆ ਕਿ ਕਲਗੀਆਂ ਵਾਲਿਆ ਸਿੱਖੀ ਕੇਸਾ ਸੁਆਸਾਂ ਸੰਗ ਨਿਭਾਉਣ ਦਾ ਬਲ ਬਖਸ਼ੀ। ਅੱਜ ਉਹ ਕਲਾ ਪ੍ਰਗਟ ਹੋ ਰਹੀ ਹੈ। ਨੌਵਨ ਦ੍ਰਿਸ਼ਟ ਮੰਦ ਤਬ ਭਈ, ਖਾਲਸਾ ਜੀ ਜਦੋਂ ਭਾਈ ਤਾਰੂ ਸਿੰਘ ਜੀ ਵੱਲ ਨਾਈ ਦੁਬਾਰਾ ਕੈਂਚੀਆਂ ਲੈ ਕੇ ਵਧੇ, ਕਹਿੰਦੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਨਿਗਾਹ ਭਰ ਕੇ ਨਾਈਆਂ ਵੱਲ ਤੱਕਿਆ, ਸਾਰੇ ਦੇ ਸਾਰੇ ਨਾਈ ਉੱਥੇ ਹੀ ਅੰਨੇ ਹੋ ਗਏ। ਨਵਾਬ ਕਹਿਓ ਇਨ ਜਾਦੂ ਚਲਾਇਆ, ਤੇ ਨਵਾਬ ਕਹਿੰਦਾ ਵੀ ਇਹਨੇ ਕੋਈ ਜਾਦੂ ਟੂਣਾ ਕਰ ਦਿੱਤਾ, ਇਹਨੇ ਮੇਰੇ ਨਾਈਆਂ ਤੇ ਕੋਈ ਮੰਤਰ ਪੜ ਦਿੱਤੇ, ਕਹਿ ਨੌਵਨ ਕਛ ਲੱਭ ਦਿਵਾਇਆ, ਤੇ ਜਾਂ ਫਿਰ ਇਹਨੇ ਨਾਈਆਂ ਨੂੰ ਕੋਈ ਲਾਲਚ ਦੇ ਦਿੱਤਾ ਵੀ ਨਾਈ ਇਹਦੇ ਕੇਸ ਨਹੀਂ ਕੱਟਦੇ। ਅਬ ਲਿਆਵੋ ਮੋਚੀ ਦੋ ਚਾਰ, ਖਾਲਸਾ ਜੀ ਨਵਾਬ ਕਹਿੰਦਾ ਇਸ ਤਰ੍ਹਾਂ ਨਹੀਂ ਮੰਨੇਗਾ,
ਜਾਓ 2-4 ਮੋਚੀ ਲਿਆ ਕਰਕੇ ਮੇਰੀ ਕਚਹਿਰੀ ਵਿੱਚ ਪੇਸ਼ ਕਰੋ। ਖੋਪਰੀ ਸਾਥ ਦੇਹੋ ਬਾਲ ਉਤਾਰ। ਜੇ ਕੇਸ ਨਹੀਂ ਕਟਵਾਉਂਦਾ ਇਸ ਗੁਰੂ ਕੇ ਸਿੱਖ ਦੀ ਖੋਪੜੀ ਉਤਾਰ ਦਿਓ। ਇਹ ਫਤਵਾ ਜਾਰੀ ਕਰ ਦਿੱਤਾ, ਕਹਿੰਦਾ 2-4 ਮੋਚੀ ਲਿਆਓ ਤੇ ਇਸ ਗੁਰੂ ਕੇ ਸਿੱਖ ਦੀ ਖੋਪੜੀ ਉਤਾਰ ਦਿਓ। ਤਬ ਸਿੰਘ ਜੀ ਬਹੁ ਭਲੀ ਮਨਾਈ। ਖਾਲਸਾ ਜੀ, ਆਹ ਹੈ ਗੁਰੂ ਕੀ ਸਿੱਖੀ, ਇਹ ਹੈ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਪਿਆਰ ਕਿ ਜਦੋਂ ਨਵਾਬ ਨੇ ਕਿਹਾ ਇਹਦੀ ਖੋਪੜੀ ਉਤਾਰ ਦਿਓ, ਕਹਿੰਦੇ ਭਾਈ ਤਾਰੂ ਸਿੰਘ ਜੀ ਦੇ ਚਿਹਰੇ ਦੇ ਉੱਤੇ ਖੇੜਾ ਆ ਗਿਆ। ਭਾਈ ਤਾਰੂ ਸਿੰਘ ਜੀ ਦੇ ਨੇਤਰਾਂ ਵਿੱਚ ਚਮਕ ਆ ਗਈ ਤੇ ਦੋਵੇਂ ਹੱਥ ਜੋੜ ਕੇ ਕਹਿੰਦੇ, ਕਲਗੀਆਂ ਵਾਲੇ ਪਾਤਸ਼ਾਹ, ਜਿਸ ਸ਼ਹਾਦਤ ਦੀ ਦਾਤ ਲਈ ਮੈਂ ਰੋਜ਼ਾਨਾ ਲੋਚਦਾ ਸਾਂ, ਅੱਜ ਉਹ ਸ਼ਹਾਦਤ ਦੀ ਦਾਤ ਤੂੰ ਮੇਰੀ ਝੋਲੀ ਵਿੱਚ ਪਾ ਦਿੱਤੀ। ਇਹ ਹੈ ਗੁਰੂ ਨਾਨਕ ਦੀ ਸਿੱਖੀ। ਦੋਵੇਂ ਹੱਥ ਜੋੜ ਕੇ ਕਹਿੰਦੇ, ਕਲਗੀਆਂ ਵਾਲੇ ਦਾਤਿਆ, ਤੇਰਾ ਭਲਾ ਹੈ, ਤੇਰਾ ਸ਼ੁਕਰ ਹੈ, ਤੂੰ ਇਲਾਹੀ ਸਮਾਂ ਮੇਰੀ ਝੋਲੀ ਵਿੱਚ ਪਾਇਆ। ਵੇਖੋ, ਨਵਾਬ ਨੇ ਸੋਚਿਆ ਡਰ ਜਾਏਗਾ, ਡੋਲ ਜਾਏਗਾ ਜਦੋਂ ਖੋਪੜੀ ਉਤਾਰਨ ਦਾ ਫਤਵਾ ਦਵਾਂਗਾ, ਪਰ ਉੱਥੇ ਭਾਈ ਤਾਰੂ ਸਿੰਘ ਡੋਲੇ ਨਹੀਂ, ਡਰੇ ਨਹੀਂ। ਐਸੀ ਘੜੀ ਦਾ ਸ਼ੁਕਰ ਕਰਦੇ ਦੋਵੇਂ ਹੱਥ ਜੋੜ ਕੇ ਕਿ ਕਲਗੀਆਂ ਵਾਲਿਆ, ਤੇਰਾ ਸ਼ੁਕਰ ਹੈ, ਅੱਜ ਤੂੰ ਮੈਨੂੰ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਿਆ ਤੇ ਇਹ ਸਮਾਂ ਮੇਰੀ ਝੋਲੀ ਵਿੱਚ ਪਾਇਆ ਹੈ। ਸਾਥ ਕੇਸਨ ਕੇ ਖੋਪਰੀ ਜਾਈ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਹਿੰਦੇ, ਕਲਗੀਆਂ ਵਾਲੇ ਪਾਤਸ਼ਾਹ, ਕਿਰਪਾ ਕਰੀ, ਮੇਰੇ ਕੇਸ ਮੇਰੇ ਤਨ ਤੋਂ ਵੱਖ ਨਾ ਹੋਣ, ਭਾਵੇਂ ਕੇਸਾਂ ਦੇ ਨਾਲ ਨਾਲ ਮੇਰੀ ਖੋਪੜੀ ਲੈ ਜਾਵੇ। ਖਾਲਸਾ ਜੀ, ਕਿੰਨਾ ਕਿ ਪਿਆਰ ਗੁਰਸਿੱਖਾਂ ਦਾ ਕੇਸਾਂ ਦੇ ਨਾਲ ਹੋਵੇਗਾ ਕਿ ਕੇਸ ਕਟਵਾਉਣੇ ਨਹੀਂ ਕਬੂਲ ਕਰਦੇ, ਬਲਕਿ ਕੇਸਾਂ ਦੇ ਨਾਲ ਆਪਣੀ ਖੋਪੜੀ ਉਤਰਾਉਣੀ ਕਬੂਲ ਕਰ ਲੈਂਦੇ ਨੇ। ਇਹ ਹੈ ਗੁਰਸਿੱਖਾਂ ਦਾ ਪਿਆਰ। ਤਉ ਭੀ ਹਮਰੋ ਬਚਨ ਰਹਾਈ। ਭਾਈ ਸਾਹਿਬ ਭਾਈ ਤਾਰੂ ਸਿੰਘ ਕਹਿੰਦੇ, ਪਾਤਸ਼ਾਹ, ਜੇ ਅੱਜ ਮੇਰੀ ਖੋਪੜੀ ਲੈ ਗਈ ਨਾ ਤੇ ਤੇਰੇ ਸਿੱਖ ਦਾ ਬਚਨ ਰਹਿ ਜਾਵੇਗਾ, ਤੇਰੇ ਸਿੱਖ ਦੀ ਲਾਜ ਰਹਿ ਜਾਵੇਗੀ। ਜੋ ਮੈਂ ਬਚਨ ਕੀਤਾ ਸੀ ਕਿ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਵਾਂਗਾ, ਪਾਤਸ਼ਾਹ ਜੇ ਅੱਜ ਮੇਰੀ ਖੋਪੜੀ ਲੈ ਗਈ ਤੇ ਤੇਰੇ ਸਿੱਖ ਦਾ ਬਚਨ ਵੀ ਪ੍ਰਤੱਖ ਵਰਤ ਜਾਵੇਗਾ। ਸਿੱਖੀ ਕੀ ਗੁਰ ਪੈਜ ਰਖਾਈ। ਇਹ ਕਲਗੀਆਂ ਵਾਲੇ ਦਾਤਿਆ, ਅੱਜ ਆਪਣੇ ਸਿੱਖ ਦੀ ਸਿੱਖੀ ਦੀ ਪੈਜ ਤੂੰ ਆਪ ਅੰਗ ਸੰਗ ਹੋ ਕਰਕੇ ਰੱਖਣੀ ਹੈ। ਅਕਾਲ ਅਕਾਲ ਸਿੰਘ ਜਾਪਿ ਉਚਾਰੇ। ਖਾਲਸਾ ਜੀ, ਆ ਪਤਾ ਲੱਗਦਾ ਸਿੱਖ ਦੀ ਸਿੱਖੀ ਦਾ ਉਦੋਂ ਜਦੋਂ ਸਾਹਮਣੇ ਮੌਤ ਆ ਕੇ ਖੜ ਜਾਵੇ। ਜਦੋਂ ਭਾਈ ਤਾਰੂ ਸਿੰਘ ਜੀ ਬਾਰੇ ਫਤਵਾ ਦਿੱਤਾ ਖੋਪੜੀ ਉਤਾਰ ਦਿਓ, ਪਹਿਲਾਂ ਕਲਗੀਆਂ ਵਾਲੇ ਦਾ ਸ਼ੁਕਰ ਕੀਤਾ ਤੇ ਬਾਅਦ ਵਿੱਚ ਨਵਾਬ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਲਾ ਦਿੱਤਾ ਕਿ ਨਵਾਬਾ, ਤੈਨੂੰ ਲੱਗਦਾ ਮੌਤ ਤੋਂ ਡਰ ਜਾਵਾਂਗੇ, ਖੋਪੜੀ ਉਤਰਾਉਣੀ ਤਾਂ ਮਨਜ਼ੂਰ ਹੈ ਪਰ ਕੇਸ ਕਟਵਾਉਣੇ ਸਾਨੂੰ ਕਬੂਲ ਨਹੀਂ। ਸੁਣ ਨਵਾਬ ਮੁੰਦੇ ਕੰਨ ਸਾਰੇ। ਤੇ ਜਦੋਂ ਗੁਰੂ ਕੇ ਸਿੱਖ ਨੇ ਅਕਾਲ ਅਕਾਲ ਗੁਰਬਰ ਅਕਾਲ ਦੇ ਜਕਾਰੇ ਗਜਾਏ, ਕਹਿੰਦੇ ਨਵਾਬ ਉਹਨੂੰ ਬੜਾ ਦੁੱਖ ਲੱਗਾ, ਆਪਣੇ ਕੰਨਾਂ ਵਿੱਚ ਉਂਗਲਾਂ ਦਿੰਦਾ, ਕਹਿੰਦਾ ਇਸ ਗੁਰੂ ਕੇ ਸਿੱਖ ਦੀ ਆਵਾਜ਼ ਬੰਦ ਕਰ ਦਿਓ, ਦੁਬਾਰਾ ਮੇਰੇ ਕੰਨਾਂ ਵਿੱਚ ਆਵਾਜ਼ ਨਾ ਪਵੇ। ਕਹਿੰਦੇ ਜਦੋਂ ਕੰਨਾਂ ਵਿੱਚ ਉਂਗਲਾਂ ਦਿੰਦਾ ਭਾਈ ਤਾਰੂ ਸਿੰਘ ਹੋਰ ਉੱਚੀ ਗਰਜ ਕੇ ਬੱਬਰ ਸ਼ੇਰ ਦੀ ਤਰ੍ਹਾਂ ਗੜਕ ਕੇ ਅਕਾਲ ਅਕਾਲ ਦੇ ਜਕਾਰੇ ਗਜਾਉਂਦੇ ਨੇ। ਤਬ ਨਵਾਬ ਬਹੁ ਕ੍ਰੋਧ ਹੈ ਭਰਾ। ਤੇ ਜਦੋਂ ਭਾਈ ਤਾਰੂ ਸਿੰਘ ਜੀ ਨੇ ਇਸ ਤਰ੍ਹਾਂ ਸਿੱਖੀ ਸਿਦਕ ਨਿਭਾਇਆ, ਅਕਾਲ ਅਕਾਲ ਦੇ ਜਕਾਰੇ ਗਜਾਏ, ਖਾਲਸਾ ਜੀ ਨਵਾਬ ਹੋਰ ਵੀ ਕ੍ਰੋਧ ਵਿੱਚ ਆ ਗਿਆ। ਸੋ ਹੁਕਮ ਉਨ ਮੋਚੀਆਂ ਕਰਾ। ਤੇ ਨਵਾਬ ਨੇ ਫਿਰ ਮੋਚੀਆਂ ਨੂੰ ਹੁਕਮ ਦੇ ਦਿੱਤਾ, ਇਸ ਕੀ ਖੋਪਰੀ ਸਾਥੇ ਬਾਲ। ਕਹਿੰਦਾ ਇਹਦੀ ਖੋਪੜੀ ਉਤਾਰ ਦਿਓ। ਖੋਪੜੀ ਉਤਰਨ ਤੋਂ ਬਾਅਦ ਇਹਦੇ ਜਕਾਰਿਆਂ ਦੀ ਆਵਾਜ਼ ਬੰਦ ਹੋ ਜਾਵੇਗੀ। ਕਾਟ ਉਤਾਰੋ ਰੰਬੀ ਨਾਲ। ਰੰਬੀਆਂ ਤਿੱਖੀਆਂ ਕਰ ਲਓ, ਤਿੱਖੀਆਂ ਰੰਬੀਆਂ ਦੇ ਨਾਲ ਇਸ ਗੁਰੂ ਕੇ ਸਿੱਖ ਦੀ ਖੋਪੜੀ ਵੱਖਰੀ ਕਰ ਦਿਓ। ਤਬੈ ਕਸਾਇਨ ਵੈਸੀ ਕਰੀ। ਜਦੋਂ ਕਸਾਈਆਂ ਨੂੰ ਨਵਾਬ ਨੇ ਹੁਕਮ ਦਿੱਤਾ, ਕਸਾਈਆਂ ਨੇ ਉਸੇ ਤਰ੍ਹਾਂ ਹੁਕਮ ਨੂੰ ਮਨਾਉਂਦੇ ਹੋਏ ਰੰਬੀਆਂ ਤਿੱਖੀਆਂ ਕਰ ਲਈਆਂ। ਕਰ ਪੈਨੀ ਸਿਰ ਰੰਬੀ ਤਰੀ। ਤੇ ਖਾਲਸਾ ਜੀ, ਜਿੱਥੇ ਸਿਰ ਦਾ ਜੋੜ ਹੁੰਦਾ ਹੈ, ਕਹਿੰਦੇ ਰੰਬੀਆਂ ਤਿੱਖੀਆਂ ਕਰਕੇ ਭਾਈ ਤਾਰੂ ਸਿੰਘ ਜੀ ਦੇ ਸੀਸ ਦੇ ਉੱਤੇ ਰੰਬੀਆਂ ਟਿਕਾ ਦਿੱਤੀਆਂ। ਦੋਹਰਾ ਪੈਨੀ ਥੀ ਰੰਬੀ ਕਰੀ। ਧਰ ਮੱਥਿਓ ਦਈ ਦਬਾਏ। ਤੇ ਖਾਲਸਾ ਜੀ, ਆ ਜਿਹੜਾ ਮੱਥਾ ਹੈ ਨਾ, ਮੱਥਾ ਕਹਿੰਦੇ ਇਸ ਮੱਥੇ ਦੇ ਬਿਲਕੁਲ ਵਿਚਕਾਰ ਜਾ ਕਰਕੇ
ਕਸਾਈਆਂ ਨੇ ਤਿੱਖੀ ਤਿੱਖੀ ਰੰਬੀ ਧਰ ਕੇ ਕਹਿੰਦੇ ਮੱਥੇ ਦੇ ਕੋਲੋਂ ਰੰਬੀ ਨੂੰ ਅੰਦਰ ਨੂੰ ਨੱਪ ਦਿੱਤਾ, ਕਿਉਂਕਿ ਇੱਥੋਂ ਪਹਿਲਾ ਟੱਕ ਲਾਇਆ ਭਾਈ ਤਾਰੂ ਸਿੰਘ ਦੇ ਮੱਥੇ ਦੇ ਉੱਤੇ। ਰੰਬੀ ਦੇ ਨਾਲ ਪਹਿਲਾ ਟੱਕ ਭਾਈ ਤਾਰੂ ਸਿੰਘ ਜੀ ਦੇ ਮੱਥੇ ਤੇ ਲਾਇਆ। ਮੱਥੇ ਤੇ ਕੰਨਾ ਤਾਈ ਗਿੱਚਿਓਂ ਦਈ ਪੁਟਾਏ। ਖਾਲਸਾ ਜੀ ਇੱਥੋਂ ਟੱਕ ਲਾ ਕੇ ਬਾਅਦ ਵਿੱਚ ਰੰਬੀ ਨੂੰ ਕੰਨ ਤੱਕ ਲੈ ਕੇ ਗਏ, ਕੰਨ ਤੋਂ ਬਾਅਦ ਗਿੱਚੀ ਤੱਕ ਲੈ ਕੇ ਗਏ। ਇਸ ਤਰ੍ਹਾਂ ਕਹਿੰਦੇ ਮੱਥੇ ਤੋਂ ਸ਼ੁਰੂ ਕਰਕੇ ਕੰਨ ਤੋਂ ਹੁੰਦਿਆਂ ਹੋਇਆ ਭਾਈ ਤਾਰੂ ਸਿੰਘ ਜੀ ਦੇ ਗਿੱਚੀ ਤੱਕ ਰੰਬੀ ਚਲਾ ਦਿੱਤੀ। ਚਉਪਈ ਸਿੰਘ ਜੀ ਮੁਖ ਤੇ ਸੀ ਨਾ ਕਰੀ। ਕਿਸੇ ਨੂੰ ਸੂਈ ਚੁੱਭ ਜਾਵੇ, ਰੋ ਪੈਂਦਾ, ਕੁਰਲਾ ਉੱਠਦਾ, ਭਾਈ ਤਾਰੂ ਸਿੰਘ ਜੀ ਦੇ ਮੱਥੇ ਤੋਂ ਲੈ ਕੇ ਗਿੱਚੀ ਤੱਕ ਰੰਬੀ ਚਲਾ ਦਿੱਤੀ। ਪਰ ਧੰਨ ਉਹ ਗੁਰੂ ਕੇ ਸਿੱਖ, ਇੱਕ ਵਾਰ ਸਾਰੇ ਪਿਆਰ ਨਾਲ ਆਖੀਏ ਧੰਨ ਧੰਨ ਭਾਈ ਤਾਰੂ ਸਿੰਘ ਜੀ, ਧੰਨ ਧੰਨ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੇ ਮੱਥੇ ਦੇ ਉੱਤੇ ਰੰਬੀ ਚਲਾਈ, ਖੋਪੜ ਵੱਖ ਕਰ ਦਿੱਤਾ, ਪਰ ਫਿਰ ਵੀ ਗੁਰੂ ਕੇ ਸਿੱਖ ਨੇ ਮੂੰਹ ਦੇ ਵਿੱਚੋਂ ਸੀ ਨਾ ਕਹਿਆ। ਧੰਨ ਧੰਨ ਗੁਰਮੁਖ ਕਹਿਣੀ ਸਰੀ। ਜੋ ਗੁਰਮੁਖ ਨੇ, ਜੋ ਭਾਈ ਤਾਰੂ ਸਿੰਘ ਨੇ ਕਿਹਾ ਸੀ ਖਾਲਸਾ ਜੀ, ਉਹ ਕਰਕੇ ਵਿਖਾਇਆ। ਉਹ ਰੰਬੀ ਤਿੱਖੀ ਕਰਕੇ ਚਲਾਉਂਦੇ, ਭਾਈ ਤਾਰੂ ਸਿੰਘ ਮਨ ਤਿੱਖਾ ਕਰਕੇ, ਨਵਾਬ ਦੀਆਂ ਅੱਖਾਂ ਵਿੱਚ ਅੱਖਾਂ ਪਾ ਕਰਕੇ ਇੱਕੋ ਸ਼ਬਦ ਬਾਰ-ਬਾਰ ਪੜ੍ਹਦੇ ਨੇ, ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦੀਆਂ ਗੁੰਜ਼ਾਰਾਂ ਪਾਉਂਦੇ ਨੇ। ਹਕਾਰੋ ਦੇਖ ਲੋਕ ਬਹੁ ਭਾਰੇ। ਖਾਲਸਾ ਜੀ ਜਦੋਂ ਲੋਕਾਂ ਨੇ ਵੇਖਿਆ ਕਿ ਗੁਰੂ ਕੇ ਸਿੱਖ ਦੀ ਖੋਪੜੀ ਉਤਾਰ ਦਿੱਤੀ ਹੈ, ਕਹਿੰਦੇ ਸਾਰੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜੋ ਸੋ ਸੁਨੈ ਸੋ ਹੈ ਕਰੇ। ਤੇ ਸਾਰੇ ਲੋਕ ਹੈ ਕਰਦੇ ਨੇ। ਹਾਏ ਹਾਏ ਹਾਹਾਕਾਰ ਮਚ ਗਈ ਆਮ ਲੋਕਾਈ ਦੇ ਵਿੱਚ। ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ ਤੇ ਕਹਿੰਦੇ ਹੈ ਸਭ ਜਗ ਭਇਓ, ਜੈ 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 ਸੁਰਲੋਕ। ਕਹਿੰਦੇ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ। ਲੋਕ ਸਿਆਣੇ ਐਸੇ ਕਹੈ। ਤੇ ਸਾਰੇ ਲੋਕ ਆਪਸ ਦੇ ਵਿੱਚ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਏ, ਪਾਤਸ਼ਾਹੀ ਇਨਕੀ ਨਾ ਰਹੈ। ਕਿ ਇਹਨਾਂ ਨੇ ਇਸ ਮਹਾਨ ਗੁਰਸਿੱਖ ਦੇ ਉੱਤੇ ਐਸਾ ਅਤਿਆਚਾਰ ਕੀਤਾ, ਹੁਣ ਇਹਨਾਂ ਦਾ ਰਾਜ ਇਹਨਾਂ ਤੋਂ ਖੁੱਸ ਜਾਵੇਗਾ। 1800 ਉੱਪਰ 2 ਸਾਲ। ਸੰਮਤ 1802। ਇੱਕ ਮੈਂ ਬੇਨਤੀ ਕਰਾਂ, ਇਹ ਸੰਮਤ ਬਿਕਰਮੀ ਦੇ ਮੁਤਾਬਕ ਇਤਿਹਾਸ ਦੇ ਵਿੱਚ ਬਾਰ-ਬਾਰ ਸ਼ਬਦ ਆਉਣਗੇ। ਸੰਮਤ ਦੇ ਨਾਲੋਂ ਜਿਹੜਾ ਈਸਵੀ ਚੱਲ ਰਿਹਾ 57 ਸਾਲ ਛੋਟਾ ਹੈ। ਹੁਣ ਈਸਵੀ ਦੇ ਮੁਤਾਬਕ ਆਪਾਂ ਚੱਲਣ ਲੱਗ ਪਏ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਦਸਮ ਗ੍ਰੰਥ ਸਾਹਿਬ ਦੇ ਵਿੱਚ, ਸ਼੍ਰੀ ਸਰਬਲੋ ਗ੍ਰੰਥ ਸਾਹਿਬ ਦੇ ਵਿੱਚ, ਜਾਂ ਫਿਰ ਭਾਈ ਨੰਦ ਲਾਲ ਸਾਹਿਬ ਜੀ, ਭਾਈ ਗੁਰਦਾਸ ਜੀ, ਜਾਂ ਜਿੰਨਾ ਵੀ ਸਿੱਖ ਇਤਿਹਾਸਕ ਗ੍ਰੰਥ ਨੇ, ਉਹਨਾਂ ਵਿੱਚ ਸੰਮਤ ਬਿਕਰਮੀ ਮੁਤਾਬਕ ਹੀ ਸਾਲਾਂ ਨੂੰ ਵਰਤਿਆ ਗਿਆ ਹੈ। ਸੋ ਕਈ ਵਾਰ ਸਾਨੂੰ ਆਉਂਦਾ ਵੀ ਇਹ 1745 ਦੀ ਗੱਲ ਸੀ, ਪਰ ਉਹ ਈਸਵੀ ਦੇ ਮੁਤਾਬਕ ਹੈ। ਇਹ ਸੰਮਤ 1802 ਦੀ ਗੱਲ ਚੱਲ ਰਹੀ ਹੈ, ਜੋ ਈਸਵੀ ਤੋਂ 57 ਸਾਲ ਵੱਡਾ ਹੈ। ਸੋ ਸੰਮਤ 1802 ਬਿਕਰਮੀ ਦੇ ਵਿੱਚ ਖਾਲਸਾ ਜੀ ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਇੱਕ ਕਾਰਾ ਕੀਤਾ। ਸਾਕਾ ਕੀਓ ਤਾਰੂ ਸਿੰਘ ਨਾਲ। ਇਹ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਨੇ ਮਹਾਨ ਸਾਕਾ ਕਰਕੇ ਵਿਖਾਇਆ। 1791 ਸਾਲ। ਤੇ ਖਾਲਸਾ ਜੀ ਜਿਹੜਾ 1791 ਸੰਮਤ ਹੈ, ਇਸੇ ਕਹੀ ਥੀ ਹਕੀਕਤ ਨਾਲ। ਸੰਮਤ 1791 ਦੇ ਵਿੱਚ 11-12 ਸਾਲ ਦੇ ਬਾਲਕ ਹਕੀਕਤ ਰਾਏ ਨੂੰ ਵੀ ਇਸੇ ਤਰ੍ਹਾਂ ਸ਼ਹੀਦ ਕੀਤਾ ਸੀ। ਉਸ ਤੇ ਸਰੀ ਨਹੀਂ ਥੀ ਕਾਈ। ਪਰ ਖਾਲਸਾ ਜੀ ਉਦੋਂ ਬਸੰਤ ਪੰਚਮੀ ਵਾਲੇ ਦਿਨ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਗਿਆ ਸੀ। ਸਗਵੋਂ ਨਵਾਬ ਗਇਓ ਚੰਬਲਾਈ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਜਦੋਂ ਹਕੀਕਤ ਰਾਏ ਨੂੰ ਸ਼ਹੀਦ ਕੀਤਾ, ਹਕੀਕਤ ਰਾਏ ਨੂੰ ਸ਼ਹੀਦ ਕਰਨ ਤੋਂ ਬਾਅਦ ਨਵਾਬ ਬਹੁਤਾ ਚੰਬਲ ਗਿਆ, ਨਵਾਬ ਹੰਕਾਰ ਵਿੱਚ ਆ ਗਿਆ। ਦੋਹਰਾ ਨਵਾਬ ਖਾਂ ਜ਼ੁਲਮੀ ਕਰੀ ਸ਼ੋਹਰਤ ਭਈ ਜਹਾਨ। ਤੇ ਨਵਾਬ ਨੇ ਹੋਰ ਵੀ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ, ਜ਼ੁਲਮਾਂ ਦੇ ਵਿੱਚ ਵਾਧਾ ਕਰ ਦਿੱਤਾ। ਦਿਲਗੀਰੀ ਸਿੰਘਨ ਭਈ ਆਓ ਖੁਸ਼ੀਆਂ ਮੁਸਲਮਾਨ। ਜਿਹੜਾ ਕਿ ਸਿੱਖਾਂ ਦੇ ਉੱਤੇ ਐਸਾ ਸਮਾਂ ਆਇਆ, ਪੱਤਾ ਪੱਤਾ ਵੈਰੀ ਹੋ ਗਿਆ। ਤੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਇਹਨਾਂ ਤੁਰਕਾਂ ਨੇ ਖੁਸ਼ੀਆਂ ਮਨਾਉਣੀਆਂ। ਧਰਮਸਾਲ ਸਿੱਖਨ ਹੁਤੀ ਤਾਮੇ ਦੀਨੋਂ ਪਾਏ। ਸੋ ਖਾਲਸਾ ਜੀ ਸਿੱਖਾਂ ਨੂੰ
ਪਕੜ ਪਕੜ ਕੇ ਬੰਦੀ ਬਣਾ ਬਣਾ ਕੇ ਤਸੀਹਾਂ ਦੇ ਨਾਲ ਸ਼ਹੀਦ ਕਰਨ ਲੱਗ ਪਿਆ। ਇਹ ਨਵਾਬ ਖਾਨ ਬਹਾਦਰ ਇਹਨੇ ਜ਼ੁਲਮਾਂ ਦੇ ਵਿੱਚ ਹੋਰ ਵੀ ਵਾਧਾ ਕਰ ਦਿੱਤਾ। ਜਬ ਨਿਕਸੈਂਗੇ ਪ੍ਰਾਣ ਇਸ ਤਬ ਤੁਮ ਦਇਓ ਫੁਕਾਏ। ਤੇ ਖਾਲਸਾ ਜੀ ਗੁਰੂ ਕੇ ਸਿੱਖ ਉਹ ਪ੍ਰਾਣ ਛੱਡ ਕੇ ਵੀ, ਆਪਣੇ ਤਨ ਕੁਰਬਾਨ ਕਰਕੇ ਵੀ ਸਿੱਖੀ ਸਿਦਕ ਨਿਭਾਉਂਦੇ ਰਹੇ। ਚਉਪਈ ਸਿੰਘ ਜੀ ਮੁਖੋਂ ਹਾਏ ਨਾ ਕਹੈ। ਹੁਣ ਖਾਲਸਾ ਜੀ ਇੱਧਰੋਂ ਭਾਈ ਤਾਰੂ ਸਿੰਘ ਜੀ ਦਾ ਖੋਪੜ ਉਤਰਨ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਉਸੇ ਤਰ੍ਹਾਂ ਅਡੋਲ ਚਿੱਤ ਵਿੱਚ ਨੇ ਤੇ ਜਪਜੀ ਸਾਹਿਬ ਦਾ ਪਾਠ ਮੁਖ ਦੇ ਵਿੱਚੋਂ ਚੱਲ ਰਿਹਾ ਤੇ ਸਾਰੇ ਸਰੀਰ ਦੇ ਵਿੱਚ ਲਹੂ ਖੂਨ ਚੱਲ ਰਿਹਾ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਇੱਕ ਵਾਰ ਵੀ ਆਪਣੇ ਮੁਖ ਦੇ ਵਿੱਚੋਂ ਹਾਏ ਜਾਂ ਸੀ ਸ਼ਬਦ ਨਹੀਂ ਉਚਾਰਿਆ। ਇੱਕ ਵਾਰ ਵੀ ਭਾਈ ਤਾਰੂ ਸਿੰਘ ਜੀ ਦੇ ਉੱਤੇ ਪੀੜਾ ਦਾ, ਤਕਲੀਫ ਦਾ, ਦੁੱਖ ਦਾ ਕੋਈ ਪ੍ਰਭਾਵ ਨਹੀਂ ਪਿਆ। ਗੁਰੂ ਗੁਰੂ ਮੁਖ ਤੇ ਸੁਰਰੈ। ਭਾਈ ਤਾਰੂ ਸਿੰਘ ਜੀ ਕਹਿੰਦੇ ਆਪਣੀਆਂ ਬਾਹਾਂ ਨਾਲ ਜ਼ਮੀਨ ਤੇ ਆਸਰਾ ਲੈ ਕਰਕੇ ਅਡੋਲ ਚਿੱਤ ਬੈਠੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਵੇਂ ਖਾਲਸਾ ਜੀ ਕਿਸੇ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਨਾ ਤੇ ਉਹਦੇ ਕੇਸ ਜਦੋਂ ਖੋਲ ਕੇ ਉਹ ਕੇਸ ਹਰੇ ਕਰਦਾ। ਕਈ ਵਾਰ ਆਪਣੇ ਸ਼ਬਦ ਵਰਤ ਦਿੰਦੇ ਵੀ ਕੇਸ ਸੁਕਾਉਣੇ। ਵੇਖੋ ਪੁਰਾਣੇ ਗੁਰਸਿੱਖਾਂ ਦਾ ਕੇਸਾਂ ਦੇ ਨਾਲ ਕਿੰਨਾ ਪਿਆਰ ਹੁੰਦਾ ਸੀ। ਉਹ ਕੇਸ ਜਦੋਂ ਇਸ਼ਨਾਨ ਕਰਦੇ ਸੀ ਉਦੋਂ ਕੇਸਾਂ ਨੂੰ ਸੁਕਾਉਣਾ ਵੀ ਨਹੀਂ ਸੀ ਕਹਿੰਦੇ। ਉਹ ਇਸ ਕਰਕੇ ਵੀ ਕਹਿੰਦੇ ਜਦੋਂ ਫਸਲ ਸੁੱਕ ਜਾਂਦੀ ਹੈ ਤੇ ਸੁੱਕਣ ਤੋਂ ਬਾਅਦ ਕੱਟੀ ਜਾਂਦੀ ਹੈ, ਪਰ ਗੁਰੂ ਨਾਨਕ ਦੀ ਫਸਲ ਕਦੇ ਸੁੱਕ ਨਹੀਂ ਸਕਦੀ। ਇਸ ਕਰਕੇ ਪੁਰਾਣੇ ਗੁਰਸਿੱਖਾਂ ਦਾ ਇੰਨਾ ਪਿਆਰ ਸੀ ਕੇਸਾਂ ਨਾਲ, ਉਹ ਕਹਿੰਦੇ ਸੀ ਕੇਸ ਸੁਕਾ ਨਹੀਂ ਰਹੇ ਬਲਕਿ ਕੇਸ ਹਰੇ ਕਰ ਰਹੇ ਆ। ਇਸ ਤਰ੍ਹਾਂ ਸ਼ਬਦ ਵਰਤਦੇ ਸੀ। ਖਾਲਸਾ ਜੀ ਜਦੋਂ ਕੇਸੀ ਇਸ਼ਨਾਨ ਤੋਂ ਬਾਅਦ ਕੋਈ ਕੇਸ ਹਰੇ ਕਰਦਾ ਹੈ ਖੋਲ ਕੇ, ਕਹਿੰਦੇ ਜਿਸ ਤਰ੍ਹਾਂ ਉਹਦੇ ਸਾਰੇ ਚਿਹਰੇ ਦੇ ਉੱਤੇ, ਸਾਰੇ ਤਨ ਦੇ ਉੱਤੇ ਕੇਸਾਂ ਦੇ ਨਾਲ ਘੇਰਾ ਪਿਆ ਹੁੰਦਾ, ਸਾਰੇ ਪਾਸੇ ਕੇਸ ਖਿਲਰੇ ਹੁੰਦੇ ਨੇ ਨਾ। ਕਹਿੰਦੇ ਅੱਜ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਖੋਪੜੀ ਦੇ ਵਿੱਚੋਂ ਲਹੂ ਵਗ ਰਿਹਾ, ਜਿਵੇਂ ਕਿਸੇ ਦੇ ਸਾਰੇ ਚਿਹਰੇ ਨੂੰ ਕੇਸਾਂ ਨੇ ਢਕਿਆ ਹੁੰਦਾ ਹੈ। ਅੱਜ ਭਾਈ ਤਾਰੂ ਸਿੰਘ ਜੀ ਦੇ ਸਾਰੇ ਚਿਹਰੇ ਨੂੰ ਖੂਨ ਨੇ ਢਕਿਆ, ਸਾਰੇ ਚਿਹਰੇ ਨੂੰ ਖੂਨ ਨੇ ਢਕਿਆ, ਪਰ ਨੇਤਰ ਬੰਦ ਕਰਕੇ ਭਾਈ ਤਾਰੂ ਸਿੰਘ ਜੀ ਫਿਰ ਵੀ ਪਤਾ ਕੀ ਪੜ ਰਹੇ, ਫਿਰ ਵੀ ਪੜ ਰਹੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਦੋਂ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹੋ ਸ਼ਬਦ ਬਾਰ-ਬਾਰ ਪੜ ਰਹੇ ਨੇ। ਸੀਸ ਰਖਤ ਸੋ ਕਰੈ ਇਸ਼ਨਾਨ। ਤੇ ਖਾਲਸਾ ਜੀ ਆਪਣੇ ਸਿਰ ਦੇ ਵਿੱਚੋਂ ਨਿਕਲੇ ਹੋਏ ਖੂਨ ਦੇ ਨਾਲ ਭਾਈ ਤਾਰੂ ਸਿੰਘ ਜੀ ਨੇ ਇਸ਼ਨਾਨ ਕਰਕੇ ਵਿਖਾਇਆ। ਜਿਉ ਗੰਗਾ ਮੇ ਟੁੱਬੀ ਲਾਨ। ਕਹਿੰਦੇ ਜਿਵੇਂ ਕੋਈ ਗੰਗਾ ਦੇ ਵਿੱਚ ਜਾ ਕੇ ਟੁੱਬੀ ਲਾਉਂਦਾ, ਉਹਦਾ ਸਾਰਾ ਸਰੀਰ ਗੰਗਾ ਦੇ ਪਾਣੀ ਨਾਲ ਗਿੱਲਾ ਹੋ ਜਾਂਦਾ। ਅੱਜ ਖਾਲਸਾ ਜੀ ਭਾਈ ਤਾਰੂ ਸਿੰਘ ਜੀ ਦਾ ਸਾਰਾ ਸਰੀਰ ਉਹ ਖੂਨ ਦੇ ਨਾਲ ਗਿੱਲਾ ਹੋਇਆ ਪਿਆ, ਖੂਨ ਦੇ ਨਾਲ ਭਿੱਜਿਆ ਹੋਇਆ। ਤੇ ਖਾਲਸਾ ਜੀ ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦਾ ਸਾਰਾ ਸਰੀਰ ਖੂਨ ਨਾਲ ਵੀ ਭਿੱਜਿਆ, ਪਰ ਫਿਰ ਵੀ ਡੋਲੇ ਨਹੀਂ। ਫਿਰ ਵੀ ਉਹ ਗੁਰੂ ਕੇ ਲਾਲ ਨੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੋਇਆ। ਜਿਮ ਮਨਸੂਰ ਨੇ ਹੱਥ ਕਟਾਏ। ਕਹਿੰਦੇ ਜਿਵੇਂ ਕਦੇ ਮਨਸੂਰ ਨੇ ਹੱਥ ਕਟਵਾ ਕੇ ਵਿਖਾਏ ਸਨ। ਤਿਨ ਲੋਹੂ ਸੋ ਵਜ਼ੂ ਸਜਾਏ। ਤੇ ਖਾਲਸਾ ਜੀ ਆਪਣੇ ਹੱਥ ਕਟਵਾਉਣ ਤੋਂ ਬਾਅਦ ਉਸ ਮਨਸੂਰ ਨੇ ਉਸੇ ਖੂਨ ਦੇ ਨਾਲ ਉਜੂ ਗੁਜ਼ਾਰਿਆ ਸੀਗਾ। ਉਜੂ ਤੋਂ ਭਾਵ 5 ਇਸ਼ਨਾਨਾਂ, ਉੱਠ ਫਰੀਦਾ ਉਜੂ ਸਾਜ, ਸੁਬੇ ਨਿਵਾਜ ਗੁਜ਼ਾਰ। ਖਾਲਸਾ ਜੀ ਮੁਸਲਮਾਨ ਵੀਰ ਜਦੋਂ 5 ਨਮਾਜ਼ਾਂ ਕਰਦੇ, ਨਮਾਜ਼ ਅਦਾ ਕਰਨ ਤੋਂ ਪਹਿਲਾਂ ਉਜੂ ਗੁਜ਼ਾਰਦੇ ਨੇ। ਇਸ ਤਰ੍ਹਾਂ ਕਹਿੰਦੇ ਮਨਸੂਰ ਨੇ ਹੱਥ ਕਟਵਾ ਕਰਕੇ ਉਸੇ ਹੱਥਾਂ ਦੇ ਖੂਨ ਦੇ ਨਾਲ ਉਜੂ ਗੁਜ਼ਾਰਿਆ ਤੇ ਨਮਾਜ਼ ਅਦਾ ਕੀਤੀ। ਨਿਵਾਜ਼ ਭਈ ਉਸ ਦਰਗਾਹ ਕਬੂਲ। ਕਹਿੰਦੇ ਜਦੋਂ ਖੂਨ ਦੇ ਵਿੱਚ ਟੁੱਬੀਆਂ ਲਾ ਕੇ ਨਮਾਜ਼ ਅਦਾ ਕੀਤੀ, ਸੱਚੀ ਦਰਗਾਹ ਵਿੱਚ ਕਬੂਲ ਹੋ ਗਈ। ਮੁੱਲਾ ਕਾਜੀ ਭਏ ਰਜੂਲ। ਤੇ ਮੁੱਲਾ ਕਾਜੀ ਸਭ ਫਿੱਕੇ ਪੈ ਗਏ। ਦੋਹਰਾ ਉਸ ਹੀ ਦਿਨ ਸੋ ਨਵਾਬ ਨੇ ਪੁੱਛ ਭੇਜਿਓ ਸਿੰਘ ਜੀ ਪਾਹੋ। ਖਾਲਸਾ ਜੀ ਨਵਾਬ ਨੇ ਕਿਹਾ ਜਾਓ, ਜਾ ਕਰਕੇ ਉਸ ਗੁਰੂ ਕੇ ਸਿੱਖ ਨੂੰ ਪੁੱਛ ਕੇ ਆਓ। ਤੂੰ ਜੇ ਕਹਿਤ ਥੋ ਕੇਸ ਹਮ ਸੀਸ ਹੀ ਸਾਥ ਨਿਬਾਹੋ। ਖਾਲਸਾ ਜੀ ਨਵਾਬ ਨੇ ਨਾ ਮਸ਼ਕਰੀ ਕਰਨ ਵਾਸਤੇ, ਟੀਚਰ ਕਰਨ ਵਾਸਤੇ ਭੇਜਿਆ ਵਜ਼ੀਰਾਂ ਨੂੰ। ਕਹਿੰਦਾ ਉਹ ਗੁਰੂ ਕੇ ਸਿੱਖ ਨੂੰ ਪੁੱਛ ਕੇ ਆਓ, ਜਿਹੜਾ ਗੁਰੂ ਕਾ ਸਿੱਖ ਕਹਿੰਦਾ ਸੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ, ਉਹਦੇ ਦਿੱਤੇ ਹੋਏ ਪ੍ਰਣ ਦਾ ਹੁਣ ਕੀ ਬਣਿਆ।
ਇਸ ਤਰ੍ਹਾਂ ਖਾਲਸਾ ਜੀ ਨਵਾਬ ਇੱਕ ਟੀਚਰ ਕਰਨ ਵਾਸਤੇ ਵਜ਼ੀਰਾਂ ਨੂੰ ਭੇਜਦਾ ਹੈ। ਚਉਪਾਈ ਯਹ ਤੁਮਰੀ ਭਈ ਝੂਠੀ ਗੱਲ। ਤੇ ਨਵਾਬ ਦੇ ਵਜ਼ੀਰ ਆ ਕੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਤੇਰੀ ਗੱਲ ਤਾਂ ਝੂਠੀ ਪੈ ਗਈ, ਲਏ ਗਏ ਬਾਲ ਲੈ ਕੇ ਸਿਰ ਖੱਲ। ਕਿਉਂਕਿ ਤੇਰੇ ਕੇਸ ਤਾਂ ਖੋਪੜੀ ਦੇ ਨਾਲ ਹੀ ਨਵਾਬ ਨੇ ਉਤਾਰ ਦਿੱਤੇ। ਬਿਨਾ ਬਾਲ ਸਿਰ ਦੇ ਹੀ ਰਹੀ। ਹੁਣ ਤਾਂ ਤੇਰੇ ਸਿਰ ਦੇ ਉੱਤੇ ਖੋਪੜੀ ਨਹੀਂ ਤੇ ਖੋਪੜੀ ਤੇ ਕੇਸ ਨਹੀਂ, ਬਿਨਾ ਕੇਸਾਂ ਤੋਂ ਤੇਰਾ ਸਰੀਰ ਰਹਿ ਗਿਆ। ਦੋ ਬਾਤ ਤੁਝ ਝੂਠੀ ਭਈ। ਤੂੰ ਦੋ ਗੱਲਾਂ ਕੀਤੀਆਂ। ਤਾਰੂ ਸਿੰਘ ਜੀ ਨੂੰ ਕਹਿੰਦੇ ਭਾਈ ਤਾਰੂ ਸਿਆ ਤੂੰ ਦੋ ਗੱਲਾਂ ਕੀਤੀਆਂ, ਦੋਵੇਂ ਹੀ ਝੂਠੀਆਂ ਪੈ ਗਈਆਂ। ਤਬ ਸਿੰਘ ਨੇ ਯੋਂ ਬਾਣੀ ਕਹੀ। ਜਦੋਂ ਇਹ ਗੱਲਾਂ ਆ ਕੇ ਕੀਤੀਆਂ ਨਾ ਵਜ਼ੀਰਾਂ ਨੇ, ਕਹਿੰਦੇ ਭਾਈ ਤਾਰੂ ਸਿੰਘ ਜੀ ਖਿੜਖੜਾ ਕੇ ਹੱਸੇ। ਹਾਸਣ ਤੋਂ ਬਾਅਦ ਫਿਰ ਵਜ਼ੀਰਾਂ ਨੂੰ ਕਹਿੰਦੇ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਨਹਿ ਨਵਾਬ ਤੁਮ ਸਮਝੇ ਆਈ। ਕਹਿੰਦੇ ਤੁਸੀਂ ਵੀ ਨਦਾਨ ਤੇ ਤੁਹਾਡਾ ਜਿਹੜਾ ਨਵਾਬ ਹੈ ਉਹ ਵੀ ਨਦਾਨ, ਉਹ ਵੀ ਬੇਸਮਝ। ਤੁਹਾਨੂੰ ਦੋਵਾਂ ਨੂੰ ਗੱਲ ਨਹੀਂ ਸਮਝ ਆਈ। ਰਹੇ ਕੇਸ ਹਮ ਖੋਪਰੀ ਨਾਲ। ਚੇਤੇ ਕਰੋ ਮੇਰੇ ਕੇਸ ਕੱਟੇ ਨਹੀਂ ਗਏ, ਬਲਕਿ ਮੈਂ ਕੇਸਾਂ ਨੂੰ ਨਿਭਾਉਣ ਦੇ ਖਾਤਰ ਆਪਣੀ ਖੋਪੜੀ ਉਤਾਰ ਦਿੱਤੀ ਹੈ। ਕੇਸਾਂ ਦੀ ਸੰਭਾਲ ਦੀ ਖਾਤਰ ਖੋਪੜੀ ਉਤਰਾਉਣਾ ਕਬੂਲ ਕਰ ਲਿਆ ਹੈ। ਝੂਠੇ ਦੋਏ ਤੁਮਰੇ ਸਵਾਲ। ਤੁਹਾਡੇ ਤੇ ਦੋਵੇਂ ਸਵਾਲ ਹੀ ਝੂਠੇ ਰਹਿ ਗਏ, ਕਿਉਂਕਿ ਤੁਹਾਡੇ ਤੋਂ ਗੁਰੂ ਕੇ ਸਿੱਖ ਦੇ ਕੇਸ ਨਹੀਂ ਕੱਟ ਹੋਏ। ਖੋਪੜੀ ਤਾਂ ਲੈ ਗਈ ਪਰ ਮੈਂ ਕੇਸ ਨਹੀਂ ਕਟਵਾਏ। ਸਵਾਸ ਰਖੇ ਹਮ ਇਨ ਕਰ ਦੇਖ। ਤੇ ਜਿਹੜੇ ਮੈਂ ਸਵਾਸ ਰੱਖੇ ਨੇ ਨਾ ਸਰੀਰ ਵਿੱਚ, ਉਹਦੇ ਪਿੱਛੇ ਵੀ ਇੱਕ ਬੜੀ ਵੱਡੀ ਰਮਜ਼ ਹੈ। ਉਹ ਰਮਜ਼ ਹੁਣ ਮੈਂ ਤੁਹਾਨੂੰ ਦੱਸਦਾ ਹਾਂ। ਮਾਰ ਜੂਤ ਤੁਝ ਅੱਗੇ ਧਰ ਲੈ। ਆਪ ਦੇ ਨਵਾਬ ਨੂੰ ਜਾ ਕੇ ਕਹਿ ਦਿਓ ਕਿ ਜਿਹੜਾ ਨਵਾਬ ਕਹਿੰਦਾ ਸੀ ਨਾ ਤਾਰੂ ਸਿੰਘ ਦੇ ਸਿਰ ਤੇ ਜੁੱਤੀ ਮਾਰ ਕੇ ਗੰਜਾ ਕਰ ਦਿਓ, ਉਹ ਨਵਾਬ ਨੂੰ ਜਾ ਕੇ ਦੱਸ ਦਿਓ ਕਿ ਉਸ ਤਾਰੂ ਸਿੰਘ ਨੇ ਕੇਸ ਨਹੀਂ ਕਟਵਾਏ, ਖੋਪੜ ਤੇ ਲਵਾ ਲਿਆ। ਤੇ ਜੇ ਹਜੇ ਵੀ ਸਰੀਰ ਕਰਕੇ ਜੀਵਤ ਹੈ, ਸਰੀਰ ਵਿੱਚ ਸਵਾਸ ਨੇ, ਉਹਦੇ ਪਿੱਛੇ ਕਾਰਨ ਬੜਾ ਵੱਡਾ ਹੈ। ਹੁਣ ਤੁਹਾਡੇ ਝੂਠੇ ਨਵਾਬ ਦੇ ਸਿਰ ਤੇ ਜੁੱਤੀਆਂ ਮਾਰ ਕੇ ਆ ਗੁਰੂ ਕਾ ਸਿੱਖ ਤਾਰੂ ਸਿੰਘ ਨਰਕਾਂ ਵਿੱਚ ਸੱਟ ਕੇ ਆਏਗਾ। ਕਿਉਂਕਿ ਭਾਈ ਤਾਰੂ ਸਿੰਘ ਜੀ ਨੇ ਬਚਨ ਕੀਤਾ ਸੀ, ਨਵਾਬਾ ਤੂੰ ਮੇਰੇ ਸਿਰ ਤੇ ਜੁੱਤੀ ਮਾਰਨ ਦੀ ਗੱਲ ਕਰਦਾ, ਚੇਤੇ ਰੱਖੀ ਮਾਰ ਜੂਤਣ ਤੋਹੇ ਪਹਿਲੇ ਲਿਜਾਊਂ, ਮੈਂ ਉਦੋਂ ਤੱਕ ਸਰੀਰ ਨਹੀਂ ਛੱਡਾਂਗਾ ਜਦੋਂ ਤੱਕ ਮੈਂ ਤੇਰੇ ਸਿਰ ਤੇ ਜੁੱਤੀਆਂ ਮਾਰ ਕੇ ਤੈਨੂੰ ਨਰਕਾਂ ਵਿੱਚ ਨਾ ਸੱਟਾਵਾਂ। ਖਾਲਸਾ ਜੀ ਭਾਈ ਤਾਰੂ ਸਿੰਘ ਕਹਿੰਦੇ ਜਾ ਕੇ ਨਵਾਬ ਨੂੰ ਦੱਸ ਦਿਓ ਕਿ ਜੇ ਮੈਂ ਸਵਾਸ ਰੱਖੇ ਨੇ, ਕਾਰਨ ਹੈ ਹੁਣ ਮੇਰੇ ਪੈਰ ਦੀ ਜੁੱਤੀ ਤੁਹਾਡੇ ਨਵਾਬ ਦੇ ਸਿਰ ਤੇ ਵੱਜੇਗੀ ਤੇ ਤੁਹਾਡੇ ਨਵਾਬ ਨੂੰ ਫਿਰ ਨਰਕਾਂ ਵਿੱਚ ਸੱਟ ਕੇ ਆਵਾਂਗੇ। ਉਸਤਾਦ ਮਿਲਿਓ ਤੁਦੇ ਅੱਗੇ ਨਾ ਕੋਏ। ਕਿਉਂਕਿ ਤੁਹਾਡੇ ਨਵਾਬ ਨੂੰ ਵੀ ਅੱਗੇ ਕੋਈ ਇਹੋ ਜਿਹਾ ਉਸਤਾਦ ਨਹੀਂ ਟੱਕਰਿਆ। ਬੜੇ ਤਸੀਹੇ ਦਿੱਤੇ ਤੁਹਾਡੇ ਨਵਾਬ ਨੇ, ਬੜੇ ਜ਼ੁਲਮ ਕੀਤੇ, ਬੜੇ ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪਾ ਦਿੱਤੀਆਂ, ਪਰ ਇਸ ਵਾਰ ਤੁਹਾਡੇ ਨਵਾਬ ਨੂੰ ਵੀ ਉਸਤਾਦ ਟੱਕਰਿਆ। ਹੁਣ ਤੁਹਾਡੇ ਨਵਾਬ ਨੂੰ ਨਰਕਾਂ ਵਿੱਚ ਸੱਟ ਕੇ ਫੇਰ ਹੀ ਸੱਚਖੰਡ ਜਾ ਕੇ ਕਲਗੀਆਂ ਵਾਲੇ ਦੀ ਗੋਦ ਵਿੱਚ ਬੈਠਾਂਗੇ। ਕੌਣ ਹਕੀਕਤ ਪਚ ਗਇਓ ਤੋਏ। ਤੁਹਾਡੇ ਨਵਾਬ ਨੂੰ ਉਸ ਬਾਲਕ ਹਕੀਕਤ ਰਾਏ ਦਾ ਖੂਨ ਪਚ ਗਿਆ, ਜਿਹਨੂੰ ਬਸੰਤ ਪੰਚਮੀ ਵਾਲੇ ਦਿਨ ਤੁਹਾਡੇ ਨਵਾਬ ਨੇ ਸ਼ਹੀਦ ਕੀਤਾ ਸੀ। ਮਾਰ ਜੂਤੀ ਧਰ ਲੈਉ ਅੱਗੇ। ਪਰ ਹੁਣ ਵੇਖੀ, ਹੁਣ ਤੁਹਾਡੇ ਨਵਾਬ ਦਾ ਵਾਹ ਪਿਆ ਤਾਰੂ ਸਿੰਘ ਨਾਲ, ਤੇ ਹੁਣ ਤਾਰੂ ਸਿੰਘ ਦੀ ਜੁੱਤੀ ਵੱਜੂ ਤੁਹਾਡੇ ਨਵਾਬ ਦੇ ਸਿਰ ਤੇ ਤੁਹਾਡਾ ਨਵਾਬ ਅੱਗੇ ਲੈ ਕਰਕੇ ਤੋਰਾਂਗੇ। ਛੋਟਾ ਤੋਹੇ ਪਿਕੰਬਰ ਲਾਗੇ। ਤੇ ਜੇ ਕਿਸੇ ਵੀ ਤੁਹਾਡੇ ਪੀਰ ਪਗੰਬਰ ਨੇ ਆ ਕੇ ਹਾਮੀ ਭਰੀ ਨਾ ਕਿ ਮੇਰਾ ਨਵਾਬ ਹੈ ਜੀ, ਮੈਨੂੰ ਮੰਨਦਾ, ਮੇਰਾ ਪੈਰੋਕਾਰ ਹੈ, ਕਹਿੰਦੇ ਵਿੱਚ ਹੀ ਤੁਹਾਡੇ ਪੀਰ ਪਗੰਬਰ ਵੀ ਲਪੇਟਾਂਗੇ। ਬੜੇ ਜ਼ੁਲਮ ਕਰ ਲਏ, ਬੜੇ ਤਸੀਹੇ ਦੇ ਲਏ, ਪਰ ਹੁਣ ਗੁਰੂ ਕੇ ਸਿੱਖ ਨਾਲ ਵਾਹ ਪਿਆ। ਹੁਣ ਤੁਹਾਡੇ ਨਵਾਬ ਨੂੰ ਤੇ ਨਵਾਬ ਦੇ ਦਾਦਿਆਂ ਪੜਦਾਦਿਆਂ ਤਾਈਂ ਪਤਾ ਚੱਲ ਜੂ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਤਸੀਹੇ ਦਈਦੇ ਨੇ। ਔਰ ਜੋ ਤੁਮਕੋ ਅਬ ਛੱਡ ਜਾਵੋ। ਪਰ ਜੇ ਮੈਂ ਤੁਹਾਡੇ ਨਵਾਬ ਨੂੰ ਛੱਡ ਕੇ ਚਲਿਆ ਗਿਆ, ਤੁਮ ਤੋਂ ਆਪੇ ਬਲੀ ਕਹਾਵੋ। ਤੇ ਤੁਸੀਂ ਕਹਿਣਾ ਸਾਡੇ ਤੋਂ ਵੱਡਾ ਬਲੀ ਕਿਹੜਾ।
ਅਸੀਂ ਤਾਂ ਭਾਈ ਤਾਰੂ ਸਿੰਘ ਨੂੰ ਵੀ ਮਾਰ ਦਿੱਤਾ, ਖੋਪੜ ਉਤਾਰ ਦਿੱਤਾ, ਇਸ ਕਰਕੇ ਹੁਣ ਛੱਡ ਕੇ ਨਹੀਂ ਜਾਵਾਂਗੇ। ਛੋੜ ਪਿਕੰਬਰ ਤੁਝੈ ਦਿਖਾਲ, ਛੱਡ ਦਿਓ ਪਗੰਬਰਾਂ ਨੂੰ ਆਰਾਧਨਾ। ਹੁਣ ਤੁਹਾਨੂੰ ਮੈਂ ਦੱਸਾਂਗਾ ਕਿਸ ਤਰ੍ਹਾਂ ਸਿੱਖਾਂ ਦੇ ਉੱਤੇ ਵਾਧੀ ਕਰੀਦੀ ਹੈ। ਦੇਉ ਸੈ ਕਚਹਿਰੀ ਡਾਲ, ਤੇ ਜੇ ਕਿਸੇ ਪਗੰਬਰ ਨੇ ਆ ਕੇ ਹਾਮੀ ਭਰੀ ਤੇ ਖੁਦਾ ਦੀ ਸੱਚੀ ਦਰਗਾਹ ਦੇ ਵਿੱਚ ਤੁਹਾਡੇ ਨਵਾਬ ਦੇ ਨਾਲ ਉਸ ਪਗੰਬਰ ਨੂੰ ਵੀ ਖੜਾ ਕਰਾਂਗਾ ਤੇ ਉਹਨੂੰ ਪੁੱਛਾਂਗੇ ਇਹ ਗੱਲ ਕਿ ਦੱਸ ਕਿਹੜੇ ਧਰਮ ਨੇ, ਕਿਹੜੇ ਮਜ਼ਹਬ ਨੇ ਸਿਖਾਇਆ ਕਿ ਦੂਸਰੇ ਦੇ ਮਜ਼ਹਬ ਦੇ ਉੱਤੇ ਅਤਿਆਚਾਰ ਕਰੋ। ਕਿਉਂਕਿ ਮਜ਼ਹਬ ਤੇ ਧਰਮ ਕਦੇ ਅਤਿਆਚਾਰ ਜ਼ੁਲਮ ਕਰਨਾ ਨਹੀਂ ਸਿਖਾਉਂਦਾ, ਧਰਮ ਹਮੇਸ਼ਾ ਪ੍ਰੇਮ ਕਰਨਾ ਸਿਖਾਉਂਦਾ ਹੈ। ਵਹ ਤੋਹਿ ਕੂੜੀ ਭਰੇ ਸ਼ਫਾਤ, ਜੇ ਕਿਸੇ ਨੇ ਵੀ ਆ ਕੇ ਝੂਠੀ ਸਵਾਰਿਸ਼ ਭਰ ਦਿੱਤੀ ਵਹ ਪੀ ਵਿੱਚ ਘਸੀਟਿਓ ਜਾਤ, ਤਾਂ ਉਹ ਵੀ ਖੁਦਾ ਦੀ ਸੱਚੀ ਦਰਗਾਹ ਵਿੱਚ ਹੀ ਘਸੀਟਿਆ ਜਾਵੇਗਾ। ਦੋਹਰਾ ਮਾਰ ਹਕੀਕਤ ਬਚ ਰਖਿਓ, ਅਬ ਤੋਂ ਬਚਤੋ ਨਾਹੇ। ਭਾਈ ਤਾਰੂ ਸਿੰਘ ਜੀ ਕਹਿੰਦੇ, ਨਵਾਬ ਹਕੀਕਤ ਰਾਏ ਨੂੰ ਕਤਲ ਕਰਕੇ ਤਾਂ ਤੂੰ ਬਚ ਗਿਆ, ਪਰ ਹੁਣ ਨਹੀਂ ਤੂੰ ਬਚਦਾ। ਪਿਕੰਬਰ ਭੀ ਦੋਜਕ ਪੜੈ, ਜੋ ਕਹੈ ਤੁਮਾਰੀ ਬਾਹੇ। ਜੇ ਕਿਸੇ ਪਗੰਬਰ ਨੇ ਵੀ ਤੇਰੀ ਬਾਹ ਫੜੀ ਨਾ, ਹੁਣ ਉਹ ਵੀ ਦੋਜਕਾਂ ਵਿੱਚ ਹੀ ਜਾਵੇਗਾ। ਜੋ ਪਈ ਕਹੋ ਜਾਏ, ਹੋਤ ਰਹੋ ਮਜ਼ਬੂਤ। ਇਸ ਕਰਕੇ ਹੁਣ ਵਾਹ ਗੁਰੂ ਕੇ ਸਿੱਖ ਦੇ ਨਾਲ ਪਿਆ ਹੈ, ਤਿਆਰੀ ਕਰ ਲੈ। ਮਾਰੋ ਬੰਦ ਕਰ ਹੱਗਣੋ ਮੂਤ, ਭਾਈ ਤਾਰੂ ਸਿੰਘ ਜੀ ਕਹਿੰਦੇ, ਆ ਗੁਰੂ ਕਾ ਸਿੱਖ ਕਰਨ ਲੱਗਾ ਕਲਗੀਆਂ ਵਾਲੇ ਤੇ ਭਰੋਸਾ ਕਰਕੇ ਬਚਨ। ਅੱਜ ਤੋਂ ਬਾਅਦ ਨਵਾਬਾ ਤੇਰਾ ਹੱਗਣਾ ਮੂਤਣਾ ਬੰਦ, ਤੇ ਹੁਣ ਤੜਫਦਾ ਰਹੋ ਤੇ ਤੜਫ ਤੜਫ ਕੇ ਤੂੰ ਗੁਰੂ ਕੇ ਸਿੱਖਾਂ ਤੋਂ ਜ਼ਿੰਦਗੀ ਦੀ ਭੀਖ ਮੰਗੇਗਾ, ਪਰ ਜਦੋਂ ਤੱਕ ਤੇਰੇ ਸਿਰ ਦੇ ਉੱਤੇ ਜੁੱਤੀ ਨਾ ਵੱਜੀ ਉਦੋਂ ਤੱਕ ਤੇਰੀ ਬੰਦ ਖਲਾਸੀ ਨਹੀਂ ਹੋਣੀ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਕਹਿੰਦੇ, ਭਾਈ ਤਾਰੂ ਸਿੰਘ ਕਹਿੰਦੇ, ਨਵਾਬ ਨੂੰ ਸਖੈਲੀ ਮੌਤ ਨਹੀਂ ਮਾਰਾਂਗੇ, ਇਹਦੀ ਨਿਕਾਸੀ ਬੰਦ ਕਰ ਦੇਣੀ, ਹੱਗਣਾ ਮੂਤਣਾ ਹੀ ਬੰਦ ਕਰ ਦੇਣਾ। ਤੇ ਜਦੋਂ ਬੰਨ ਪੈ ਗਿਆ ਆਪਣੇ ਆਪ ਤੜਫੇਗਾ ਤੇ ਤੜਫ ਕੇ ਜ਼ਿੰਦਗੀ ਦੀ ਭੀਖ ਮੰਗੇਗਾ, ਤੜਪੇਗਾ, ਕੁਰਲਾਏਗਾ, ਪਰ ਜਦੋਂ ਤੱਕ ਇਹਦੇ ਸਿਰ ਤੇ ਤਾਰੂ ਸਿੰਘ ਦੀ ਜੁੱਤੀਆਂ ਨਾ ਵੱਜੀਆਂ ਉਦੋਂ ਤੱਕ ਇਹਦੀ ਬੰਦ ਖਲਾਸੀ ਨਹੀਂ ਹੋਣੀ। ਉਹ ਤਿਆ ਤੂ ਦੋਜਕ ਤਾਉ। ਭਾਈ ਤਾਰੂ ਸਿੰਘ ਜੀ ਕਹਿੰਦੇ, ਨਵਾਬਾ ਆ ਗੁਰੂ ਕਾ ਸਿੱਖ ਤੇ ਤਿਆਰੀ ਵਿੱਚ ਹੈ। ਗੁਰੂ ਕੇ ਸਿੱਖ ਨੇ ਤੇ ਖੋਪੜ ਉਤਰਵਾ ਲਿਆ ਤੇ ਰੋਜ਼ਾਨਾ ਹਿਰਦੇ ਦੇ ਵਿੱਚ ਵਾਹਿਗੁਰੂ ਗੁਰਮੰਤਰ ਟਕਾਈ ਬੈਠਾ। ਹੁਣ ਤੂੰ ਤਿਆਰੀ ਕਰ ਲੈ, ਕਿਉਂਕਿ ਤੇਰਾ ਸਮਾਂ ਨੇੜੇ ਹੈ, ਤੈਨੂੰ ਮੈਂ ਨਰਕਾਂ ਵਿੱਚ ਸੱਟ ਕੇ ਆਵਾਂਗਾ। ਮਾਰ ਜੂਤਨ ਤੋਹਿ ਪਹਿਲੋ ਲਜਾਉ। ਚੇਤੇ ਕਰੀ, ਤਾਰੂ ਸਿੰਘ ਨਹੀਂ ਜਾਂਦਾ, ਤਾਰੂ ਸਿੰਘ ਪਹਿਲਾਂ ਤੈਨੂੰ ਨਰਕਾਂ ਵਿੱਚ ਸੱਟ ਕੇ ਆਊਗਾ ਤੇ ਤੇਰੇ ਸਿਰ ਦੇ ਵਿੱਚ ਜੁੱਤੀਆਂ ਮਾਰੇਗਾ। ਦੋਹਰਾ ਉਸ ਹੀ ਵਕਤ ਨਵਾਬ ਕੋ ਭਇਓ ਸੋ ਬੰਦ ਪਿਸ਼ਾਬ। ਜਦੋਂ ਭਾਈ ਤਾਰੂ ਸਿੰਘ ਜੀ ਨੇ ਬਚਨ ਕਰ ਦਿੱਤੇ ਨਾ, ਸਾਧ ਬਚਨ ਟਲਾਦਾ, ਪੱਲੇ ਕਮਾਈ ਹੋਵੇ, ਭਜਨ ਹੋਵੇ, ਤੇ ਖਾਲਸਾ ਜੀ ਉਹ ਬਚਨਾਂ ਦੇ ਵਿੱਚ ਵੀ ਕਲਾ ਵਰਤਦੀ ਹੈ। ਭਾਈ ਤਾਰੂ ਸਿੰਘ ਜੀ ਨੇ ਬਚਨ ਕੀਤੇ, ਉਸੇ ਵਕਤ ਹੀ ਕਹਿੰਦੇ ਨਵਾਬ ਦਾ ਪਿਸ਼ਾਬ ਬੰਦ ਹੋ ਗਿਆ, ਬੰਨ ਪੈ ਗਿਆ। ਯੋ ਤੜਫੈ ਜਿਮ ਥਲ ਮੱਛੀ ਪਾਵਤ ਭਇਓ ਆਜ਼ਾਦ। ਤੇ ਨਵਾਬ ਹੁਣ ਇਸ ਤਰ੍ਹਾਂ ਤੜਪਦਾ, ਕਹਿੰਦੇ ਜਿਵੇਂ ਮਛਲੀ ਪਾਣੀ ਦੇ ਵਿੱਚੋਂ ਬਾਹਰ ਕੱਢ ਦੋ ਤੇ ਮਛਲੀ ਤੜਪਦੀ ਹੈ ਨਾ ਧਰਤੀ ਤੇ ਸੁੱਕੀ ਜ਼ਮੀਨ ਤੇ, ਕਹਿੰਦੇ ਨਵਾਬ ਵੀ ਹੁਣ ਇਸ ਤਰ੍ਹਾਂ ਤੜਫ ਰਿਹਾ ਹੈ। ਜੋ ਪਈ ਕਦੇ ਭੂਮ ਕਦੇ ਪਲੰਗ ਪਵੈ। ਕਹਿੰਦੇ ਤੜਪਦਾ, ਕਦੇ ਕਹਿੰਦੇ ਧਰਤੀ ਤੇ ਲੰਮਾ ਪੈਂਦਾ, ਕਦੇ ਪਲੰਗੇ ਤੇ ਲੰਮਾ ਪੈਂਦਾ ਹੈ। ਕਦੇ ਟਿਕੈ ਕਦੇ ਉਠ ਉਠ ਬਵੈ। ਕਦੇ ਤੇ ਟਿਕ ਕੇ ਲੰਮਾ ਪਵੇ ਤੇ ਕਦੇ ਉੱਠ ਕੇ ਖੜਾ ਹੋ ਜਾਂਦਾ, ਕਦੇ ਕੁਰਸੀ ਤੇ ਬਹਿ ਜਾਂਦਾ, ਕਦੇ ਫਿਰ ਧਰਤੀ ਤੇ ਲੰਮਾ ਪੈ ਜਾਂਦਾ, ਫਿਰ ਖਾਲਸਾ ਜੀ ਪਲੰਗੇ ਤੇ ਲੰਮਾ ਪੈ ਜਾਂਦਾ। ਇਸ ਤਰ੍ਹਾਂ ਬਾਰ-ਬਾਰ ਤੜਫਦਾ ਹੈ। ਕਦ ਉਂਦੋ ਕਦ ਮੁੱਦੋ ਹੋਏ। ਕਦੇ ਪੁੱਠਾ ਹੋਵੇ, ਕਦੇ ਸਿੱਧਾ ਹੋਵੇ, ਪਰ ਖਾਲਸਾ ਜੀ ਨਵਾਬ ਨੂੰ ਆਰਾਮ ਨਹੀਂ ਮਿਲ ਰਿਹਾ। ਕਦ ਕੂਕਾ ਕਦ ਪਰੈ ਸੋ ਰੋਏ। ਕਦੇ ਰੋਂਦਾ ਉੱਚੀ ਉੱਚੀ, ਮੈਨੂੰ ਬਚਾਓ ਮੈਂ ਤਕਲੀਫ ਵਿੱਚ ਆਂ, ਕਦੇ ਚੀਕਾਂ ਮਾਰਦਾ, ਪਰ ਕਹਿੰਦੇ ਹੁਣ ਚੀਕਾਂ ਮਾਰੇ ਭਾਵੇਂ ਮੁੱਦਾ ਪਵੇ, ਭਾਵੇਂ ਸਿੱਧਾ ਪਵੇ, ਭਾਵੇਂ ਪਲੰਗੇ ਤੇ ਪਵੇ, ਭਾਵੇਂ ਧਰਤੀ ਤੇ ਪਵੇ, ਪਰ ਖਾਲਸਾ ਜੀ ਨਵਾਬ ਨੂੰ ਆਰਾਮ ਨਹੀਂ ਮਿਲ ਰਿਹਾ। ਲਗੇ ਮੰਗਾਵਨ ਮੁੱਲਾ ਕਾਜੀ। ਤੇ ਨਵਾਬ ਕਹਿੰਦਾ ਵੀ ਮੁੱਲਿਆਂ ਨੂੰ ਸੱਦੋ, ਕਾਜ਼ੀਆਂ ਨੂੰ ਸੱਦੋ, ਜਿਹੜੇ ਆਉਣ ਤੇ ਮੇਰੀ ਤਕਲੀਫ ਦੂਰ ਕਰਨ। ਕਹੈ ਆਏ ਹਮ ਕਰੀਏ ਰਾਜ਼ੀ। ਜਿਹੜੇ ਛੇਤੀ ਆਉਣ, ਆ ਕੇ ਮੰਤਰ ਪੜਨ, ਕਲਮਾ ਪੜਨ ਤੇ ਮੈਨੂੰ ਰਾਜ਼ੀ ਕਰ ਦੇਣ। ਪੜ ਪੜ ਸੈਫੀ ਕਲਾਮਨ ਫੂਕੈ। ਹੁਣ ਖਾਲਸਾ ਜੀ ਸਾਰੇ ਹੀ ਆ ਗਏ,
ਜਿਹੜੇ ਕਲਮਾ ਪੜਨ ਵਾਲੇ ਸੀ, ਪੀਰ ਪੈਗੰਬਰ ਉਹਦੇ, ਕਾਜ਼ੀ ਮੁੱਲਾ ਸਾਰੇ ਆ ਕਰਕੇ ਕਹਿੰਦੇ ਕਲਮਾ ਪੜਨ ਲੱਗ ਪਏ। ਤਿਮ ਤਿਮ ਲੱਗੈ ਨਵਾਬ ਤਨ ਹੂਕੈ। ਕਹਿੰਦੇ ਉਹ ਜਿੰਨੀ ਕਲਮਾ ਪੜਨ ਨਵਾਬ ਨੂੰ ਓਨਾ ਵੱਧ ਦੁੱਖ ਪਹੁੰਚੇ। ਇਸ ਤਰ੍ਹਾਂ ਲੱਗੇ ਜਿਵੇਂ ਕੋਈ ਲੋਹੇ ਦੀਆਂ ਗਰਮ ਸਲਾਈਆਂ ਕਰ ਕਰਕੇ ਨਵਾਬ ਦੇ ਸਰੀਰ ਵਿੱਚ ਖਬੋ ਰਿਹਾ ਹੋਵੇ। ਕਹਿੰਦੇ ਜਦੋਂ ਕਾਜ਼ੀ ਮੁੱਲਾ ਆ ਕੇ ਕਲਮਾ ਪੜ੍ਹਦੇ, ਕਹਿੰਦੇ ਨਵਾਬ ਦੇ ਕੰਨਾਂ ਤਾਈਂ ਇਸ ਤਰ੍ਹਾਂ ਲੱਗਦਾ ਜਿਵੇਂ ਅੱਗ ਲਾ ਦਿੱਤੀ ਹੋਵੇ ਕਿਸੇ ਨੇ। ਨਵਾਬ ਹੋਰ ਵੀ ਤੜਪਣ ਲੱਗ ਪਿਆ। ਨੀਲਾ ਬਾਣਾ ਹੱਥ ਵੱਢ ਸੁੱਟੋ। ਕਿਉਂਕਿ ਜਦੋਂ ਕਾਜ਼ੀ ਮੁੱਲਾ ਪੜ੍ਹਦੇ ਨਾ ਆ ਕੇ ਕਲਮਾ, ਆਪੋ ਆਪਣੇ ਜਾਦੂ ਟੂਣੇ ਕਰਦੇ, ਕਾਲੇ ਇਲਮ ਪੜ੍ਹਦੇ, ਕਹਿੰਦੇ ਨਵਾਬ ਨੂੰ ਕਾਜ਼ੀ ਮੁੱਲਾ ਨਾ ਨਜ਼ਰ ਆਏ। ਨਵਾਬ ਨੂੰ ਤੇ ਅੱਖਾਂ ਦੇ ਸਾਹਮਣੇ ਨੀਲੇ ਬਾਣੇ ਦੇ ਵਿੱਚ ਤਿਆਰ ਬਰ ਤਿਆਰ ਗੁਰੂ ਕੇ ਨਿਹੰਗ ਸਿੰਘ, ਨੀਲੇ ਬਾਣੇ ਦੇ ਵਿੱਚ ਦਮਾਲਿਆਂ ਵਾਲੇ ਸਿੰਘ ਨਜ਼ਰ ਆਉਣ ਤੇ ਉਹਨਾਂ ਸਿੰਘਾਂ ਦੇ ਹੱਥਾਂ ਦੇ ਵਿੱਚ ਮੋٹے-ਮੋٹے ਸਲੋਤਰ ਨਜ਼ਰ ਆਉਂਦੇ ਨੇ। ਮਾਰੈ ਸ਼ਹੀਦ ਭੰਗ ਘੋਟਣੇ ਮੋਟੋ। ਕਹਿੰਦੇ ਨਵਾਬ ਕਹਿੰਦਾ ਮੰਤਰ ਪੜੋ, ਕਲਮਾ ਪੜੋ, ਕਾਜ਼ੀਓ ਕਲਮਾ ਪੜੋ, ਮੈਨੂੰ ਰਾਜ਼ੀ ਕਰ ਦਿਓ, ਮੈਂ ਤਕਲੀਫ ਵਿੱਚ ਆਂ। ਕਹਿੰਦੇ ਜਦੋਂ ਕਾਜ਼ੀ ਪੜ੍ਹਦੇ ਕਲਮਾ, ਨਵਾਬ ਨੂੰ ਆਰਾਮ ਤੇ ਆਵੇ ਨਾ, ਅੱਖਾਂ ਦੇ ਸਾਹਮਣੇ ਸ਼ਹੀਦ ਹੀ ਨਜ਼ਰ ਆਉਣ। ਸ਼ਹੀਦਾਂ ਨੇ ਪਾਏ ਨੀਲੇ ਬਾਣੇ ਤੇ ਕਹਿੰਦੇ ਜਿਵੇਂ ਗੁਰੂ ਕੀਆਂ ਲਾੜਦੀਆਂ ਫੌਜਾਂ ਸ਼ਰਧਾਈਆਂ ਦੇ ਰਗੜੇ ਲਾਉਂਦੀਆਂ ਨਾ ਸਲੋਤਰਾਂ ਦੇ ਨਾਲ, ਕਹਿੰਦੇ ਐਸੇ ਮੋٹے-ਮੋٹے ਸਲੋਤਰਾਂ ਦੇ ਨਾਲ ਸ਼ਹੀਦ ਸਿੰਘ ਨਵਾਬ ਦਾ ਆ ਕੇ ਸੋਧਾ ਲਾਉਂਦੇ ਤੇ ਨਵਾਬ ਹੋਰ ਵੀ ਤੜਫਦਾ ਹੈ। ਜਿਮ ਜਿਮ ਪੀਰ ਪੈਗੰਬਰ ਧਿਆਵੈ। ਕਹਿੰਦੇ ਫਿਰ ਆਪ ਦੇ ਪੀਰਾਂ ਪੈਗੰਬਰਾਂ ਨੂੰ ਹੋਰ ਧਿਆਉਂਦਾ ਹੈ। ਤਿਮ ਤਿਮ ਸ਼ਹੀਦ ਉਸ ਬਹੁਤ ਅਕਾਵੈ। ਤੇ ਕਹਿੰਦੇ ਜਿਵੇਂ ਜਿਵੇਂ ਆਪ ਦੇ ਪੀਰਾਂ ਨੂੰ ਚੇਤੇ ਕਰਦਾ, ਸ਼ਹੀਦ ਸਿੰਘ ਹੋਰ ਮੋٹے-ਮੋٹے ਸਲੋਤਰ ਨਵਾਬ ਦੇ ਸਿਰ 'ਚ ਮਾਰਦੇ। ਵੇਖੋ ਖਾਲਸਾ ਜੀ, ਸ਼ਹੀਦ ਗੁਰੂ ਕੇ ਸਿੰਘਾਂ ਦੀ ਕਿੰਨੀ ਤਾਕਤ ਹੈ ਕਿ ਇੱਥੇ ਨਾ ਜੰਤਰ ਮੈਂ, ਨਾ ਤੰਤਰ ਮੈਂ, ਨਾ ਮੰਤਰ ਬਸ ਆਵਈ। ਪੁਰਾਣਿਓ ਕੁਰਾਨ ਨੇਤ ਨੇਤ ਕਹਿ ਬਤਾਵਈ। ਜਿੱਥੇ ਗੁਰੂ ਕੇ ਸ਼ਹੀਦਾਂ ਦੀ ਤਾਕਤ ਆ ਕੇ ਖੜ ਜਾਂਦੀ ਆ, ਉੱਥੇ ਵੱਡੇ ਵੱਡੇ ਕਾਲੇ ਇਲਮ ਫੇਲ ਹੋ ਜਾਂਦੇ ਨੇ। ਖਾਲਸਾ ਜੀ, ਜਦੋਂ ਕਾਜ਼ੀ ਮੁੱਲੇ ਪੜ੍ਹਦੇ ਆ ਕਰਕੇ ਕਲਮਾ, ਕਹਿੰਦੇ ਨਵਾਬ ਨੂੰ ਸਾਹਮਣੇ ਨੀਲੇ ਬਾਣੇ 'ਚ ਸ਼ਹੀਦ ਨਜ਼ਰ ਆਉਂਦੇ। ਜਿਵੇਂ ਜਿਵੇਂ ਕਲਮਾ ਪੜ੍ਹਦਾ, ਗੁਰੂ ਕੇ ਸ਼ਹੀਦ ਨਿਹੰਗ ਸਿੰਘ ਨੀਲੇ ਬਾਣੇ 'ਚ ਹੋਰ ਵੀ ਮੋٹے-ਮੋٹے ਸਲੋਤਰਾਂ ਨਾਲ ਚੱਖਾ ਵਾਵਾ ਸਲੋਤਰ ਦੇ ਨਾਲ ਉਹਦਾ ਸੋਧਾ ਲਾਉਂਦੇ ਨੇ। ਕਹੈ ਦੁਸ਼ਟ ਤੁਰ ਆਗਾ ਚਾਲ। ਤੇ ਗੁਰੂ ਕੇ ਸ਼ਹੀਦ ਸਿੰਘ ਕਹਿੰਦੇ ਨਵਾਬਾ ਤੂੰ ਬਹੁਤ ਤਸੀਹੇ ਦੇ ਲਏ, ਬਹੁਤ ਜ਼ੁਲਮ ਕਰ ਲਏ, ਹੁਣ ਤਿਆਰੀ ਕਰ ਲਾ, ਗੁਰੂ ਕੀ ਫੌਜ ਆ ਗਈ ਹੈ, ਤੈਨੂੰ ਦੋਜਕਾਂ ਤੱਕ ਛੱਡ ਕੇ ਆਵੇਗੀ, ਤੂੰ ਵੀ ਤਿਆਰੀ ਕਰ ਲੈ। ਕਰੇ ਨਵਾਬ ਕੋ ਐਸ ਹਵਾਲ। ਇਸ ਤਰ੍ਹਾਂ ਖਾਲਸਾ ਜੀ ਭਾਈ ਤਾਰੂ ਸਿੰਘ ਜੀ ਦੇ ਬਚਨ ਵਰਤੇ। ਕਹਿੰਦੇ ਭਾਈ ਤਾਰੂ ਸਿੰਘ ਜੀ ਦੇ ਬਚਨਾਂ ਦੇ ਨਾਲ ਹੀ ਸ਼ਹੀਦਾਂ ਦੇ ਪਹਿਰੇ ਲੱਗ ਗਏ ਤੇ ਨਵਾਬ ਦੇ ਐਸੇ ਬੁਰੇ ਹਾਲਾਤ ਹੋ ਗਏ। ਸਨਮੁਖ ਨਦਰ ਨਵਾਬੈ ਆਵੈ। ਤੇ ਖਾਲਸਾ ਜੀ ਨਵਾਬ ਨੂੰ ਇਸੇ ਤਰ੍ਹਾਂ ਆਪਣੀਆਂ ਅੱਖਾਂ ਦੇ ਸਾਹਮਣੇ ਗੁਰੂ ਕੇ ਸ਼ਹੀਦ ਹੀ ਨਜ਼ਰ ਆਉਂਦੇ ਨੇ। ਸੀਸ ਗਰਦ ਹੱਥ ਚੱਕਰ ਘੁਮਾਵੈ। ਕਿ ਗੁਰੂ ਕੇ ਸ਼ਹੀਦ ਉਹਦੇ ਵੱਲ ਵੇਖਦੇ, ਸੀਸ ਤੇ ਦਮਾਲੇ ਸਜਾਏ ਤੇ ਗੁਰੂ ਕੇ ਸ਼ਹੀਦ ਨਵਾਬ ਨੂੰ ਵਿਖਾ ਕੇ ਨਾ ਆਪਣੀਆਂ ਉਂਗਲਾਂ ਤੇ ਚੱਕਰ ਘਮਾਉਂਦੇ ਤੇ ਨਵਾਬ ਨੂੰ ਕਹਿੰਦੇ ਨਵਾਬਾ ਇਸੇ ਚੱਕਰਾਂ ਦੇ ਨਾਲ ਤੇਰਾ ਗਲ ਵੱਢਾਂਗੇ। ਇਸ ਤਰ੍ਹਾਂ ਕਹਿੰਦੇ ਸ਼ਹੀਦ ਹੀ ਨਜ਼ਰ ਆਉਂਦੇ ਤੇ ਜਦੋਂ ਸ਼ਹੀਦ ਇਸ ਤਰ੍ਹਾਂ ਸੋਧਾ ਲਾਉਂਦੇ, ਸ਼ਹੀਦਾਂ ਨੂੰ ਵੇਖ ਕੇ ਹੋਰ ਵੀ ਤੜਪਦਾ ਨਾ। ਫਿਰ ਕੱਲੇ ਕੱਲੇ ਉਹ ਸਿੱਖ ਦੇ ਤਸੀਹੇ ਯਾਦ ਹੁੰਦੇ ਕਿ ਕਿਸ ਤਰ੍ਹਾਂ ਭਾਈ ਮਹਿਤਾਬ ਸਿੰਘ ਨੂੰ ਚਰਖੜੀ ਤੇ ਚਾੜਿਆ, ਕਿਸ ਤਰ੍ਹਾਂ ਇਸ ਦੁਸ਼ਟ ਨੇ ਹਕੀਕਤ ਰਾਏ ਨੂੰ ਚਰਖੜੀ ਤੇ ਚਾੜਿਆ, ਕਿਸ ਤਰ੍ਹਾਂ ਸਿਰਾਂ ਦੇ ਮੁੱਲ ਪਾਏ। ਪਹਿਲਾਂ ਤੇ ਹਕੂਮਤ ਦੇ ਹੰਕਾਰ ਦੇ ਵਿੱਚ ਤਸੀਹੇ ਦਿੰਦਾ ਰਿਹਾ, ਜ਼ੁਲਮ ਕਰਦਾ ਰਿਹਾ। ਅੱਜ ਜਦੋਂ ਖਾਲਸਾ ਜੀ ਸ਼ਹੀਦਾਂ ਦੇ ਪਹਿਰੇ ਲੱਗ ਗਏ ਤੇ ਹੁਣ ਤੜਪਦਾ ਆਪਣੀਆਂ ਭੁੱਲਾਂ ਦੀ ਮੁਆਫੀ ਮੰਗਦਾ ਹੈ। ਨਵਾਬ ਦੇਖੇ ਅਰ ਥਰ ਕਰ ਕੰਪੇ। ਕਹਿੰਦੇ ਨਵਾਬ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਵੇਖ ਕੇ ਅੰਦਰ ਤਾਈਂ ਕੰਬਦਾ, ਉਹਦੀ ਰੂਹ ਵੀ ਕੰਬਦੀ ਹੈ। ਮੁਖਤੇ ਨਾਮ ਪੈਗੰਬਰ ਜੰਪੇ। ਤੇ ਖਾਲਸਾ ਜੀ ਸ਼ਹੀਦਾਂ ਨੂੰ ਵੇਖ ਕੇ ਆਪਦੇ ਪੈਗੰਬਰਾਂ ਨੂੰ ਕਹਿੰਦਾ ਕਿ ਇੱਕ ਵਾਰ ਮੈਨੂੰ ਬਚਾ ਲਓ, ਇਨਾ ਮੈਨੂੰ ਸ਼ਹੀਦਾਂ ਤੋਂ ਬਚਾ ਲਓ। ਪਰ ਖਾਲਸਾ ਜੀ ਜਿੱਥੇ ਗੁਰੂ ਕੇ ਸਿੰਘ ਸ਼ਹੀਦਾਂ ਦੀ ਤਾਕਤ ਆ ਕੇ ਖੜ ਜਾਵੇ, ਜਿਹਦੇ ਤੇ ਸ਼ਹੀਦ ਹੋ ਕੇ ਸਿੱਧੇ ਇੱਕ ਵਾਰ ਲੱਗ ਜਾਣ ਨਾ, ਉਹਨੂੰ ਫਿਰ ਦੁਨੀਆ ਦੇ ਤਖਤੇ ਤੇ ਕੋਈ ਬਚਾ ਨਹੀਂ ਸਕਦਾ। ਕਰ ਹਜ਼ਰਾਇਤ ਮੰਗਾਵੇ ਪੀਰ। ਖਾਲਸਾ ਜੀ ਤਰਲੇ ਕਰਦਾ ਕਿ ਜਾਓ ਹੱਜ ਕਰੋ, ਜਾਓ ਜਾ ਕੇ ਪੀਰਾਂ ਦੇ ਅੱਗੇ ਦੁਆਵਾਂ ਕਰੋ। ਦੇਖ ਭੁਜੰਗਨ ਹੋਏ ਜਾਏ ਤਗੀਰ। ਪਰ ਖਾਲਸਾ ਜੀ ਕਹਿੰਦੇ ਜਦੋਂ
ਕੋਈ ਜਾਵੇ ਦੁਆ ਕਰਨ ਵਾਸਤੇ ਸਾਹਮਣੇ ਗੁਰੂ ਕੇ ਭੁਜੰਗੀ ਸਿੰਘ ਹੀ ਨਜ਼ਰ ਆਉਂਦੇ ਨੇ। ਦੋਹਰਾ ਪੀਰ ਪਿਕੰਬਰ ਜਿਸ ਜਪੈ ਸੋਈ ਆਵੈ ਤਾਏ। ਕਹਿੰਦੇ ਜਿਹੜਾ ਵੀ ਪੀਰ ਪੈਗੰਬਰ ਨੂੰ ਜਪਦਾ, ਕਹਿੰਦੇ ਗੁਰੂ ਕੇ ਸ਼ਹੀਦ ਸਿੰਘ ਚੰਗਾ ਸੋਧਾ ਲਾਉਂਦੇ, ਕਹਿੰਦੇ ਉਹ ਵੀ ਫਿਰ ਆ ਕੇ ਨਵਾਬ ਨੂੰ ਕਹਿੰਦਾ ਵੀ ਹੁਣ ਸਾਡੇ ਵੱਸ ਦੀ ਗੱਲ ਨਹੀਂ। ਚੱਕਰ ਖਟਾਰੀ ਕਰ ਦਸੋ ਮਾਰ ਸ਼ਹੀਦ ਦੇਹ ਨਠਾਏ। ਕਹਿੰਦੇ ਗੁਰੂ ਕੇ ਸ਼ਹੀਦਾਂ ਨੇ ਕਟਾਰਾਂ ਪਕੜੀਆਂ, ਗੁਰੂ ਕੇ ਸ਼ਹੀਦਾਂ ਨੇ ਚੱਕਰ ਪਕੜੇ ਹੋਏ, ਕਰਦਾਂ ਕਿਰਪਾਨਾਂ ਪਕੜੀਆਂ। ਕਹਿੰਦੇ ਜਦੋਂ ਇਸ ਤਰ੍ਹਾਂ ਨੀਲੰਬਰ ਧਾਰੀ ਨੀਲੇ ਬਾਣੇ ਵਾਲੇ ਐ ਲੰਮੇ ਲੰਮੇ 6-6 7-7 ਫੁੱਟ ਦੇ ਗੁਰੂ ਕੇ ਸ਼ਹੀਦ ਨਜ਼ਰ ਆਉਂਦੇ, ਕਹਿੰਦੇ ਇਹਨਾਂ ਨੂੰ ਆਪ ਦੀਆਂ ਕਲਮਾਂ ਭੁੱਲ ਜਾਂਦੀਆਂ। ਫਿਰ ਉਹਨਾਂ ਸ਼ਹੀਦਾਂ ਅੱਗੇ ਤਰਲੇ ਲੈਂਦੇ ਕਿ ਇੱਕ ਵਾਰ ਬਚਾ ਲਓ। ਖਾਲਸਾ ਜੀ ਮੈਂ ਬੇਨਤੀ ਕਰਾਂ, ਅੱਜ ਵੀ ਲੋੜ ਹੈ ਕਿ ਆਪਾਂ ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਵੇ। ਜੇ ਮੰਗਣਾ ਹੀ ਹੈ ਤੇ ਆਪ ਦੇ ਗੁਰੂ ਕੋਲੋਂ ਮੰਗੀਏ, ਗੁਰਸਿੱਖਾਂ ਗੁਰੂ ਕੇ ਸ਼ਹੀਦਾਂ ਅੱਗੇ ਬੇਨਤੀ ਕਰੀਏ। ਥਾਂ ਥਾਂ ਤੇ ਭਟਕਣ ਨਾਲੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ, ਕਿਉਂਕਿ ਜਿੱਥੇ ਗੁਰੂ ਸਾਹਿਬ ਦੀ ਤੇ ਗੁਰਸਿੱਖਾਂ ਦੀ ਤਾਕਤ ਆ ਕੇ ਖੜ ਜਾਂਦੀ ਹੈ, ਉੱਥੇ ਵੱਡੇ ਵੱਡੇ ਫੇਲ ਹੋ ਜਾਂਦੇ। ਗੁਰਦੁਆਰਾ ਸੀਸਗੰਜ ਸਾਹਿਬ ਦੀ ਇਹ ਘਟਨਾ ਹੈ ਕਿ ਉੱਥੇ ਸੇਵਾ ਕਰਨ ਵਾਲੇ, ਉਹਨਾਂ ਨੂੰ ਪਤਾ ਲੱਗਾ ਘਰ ਵਿੱਚ ਕੋਈ ਤਕਲੀਫ ਸੀ, ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਸੀਸਗੰਜ ਸਾਹਿਬ ਦੇ ਨਾਲ ਹੀ ਕਿਤੇ ਜਿਹੜੀ ਖਾਲਸਾ ਜੀ ਉੱਥੇ ਮਸਜਿਦ ਹੈ ਉਹਦੇ ਨਾਲ ਹੀ ਕੋਈ ਬਾਬਾ ਹੈ, ਕਹਿੰਦੇ ਉਹ ਚੌਂਕੀ ਭਰਦਾ ਹੈ ਤੇ ਕਹਿੰਦੇ ਸਾਰਿਆਂ ਨੂੰ ਇੱਕ ਪੂੜੀ ਜੀ ਦਿੰਦਾ ਹੈ ਤੇ ਕਹਿੰਦੇ ਜਿਹੜਾ ਵੀ ਜਾਂਦਾ ਉਹਦੀ ਫਿਰ ਬੰਦ ਖਲਾਸੀ ਹੋ ਜਾਂਦੀ ਹੈ, ਤਕਲੀਫ ਦੂਰ ਹੋ ਜਾਂਦੀ ਹੈ। ਕਹਿੰਦੇ ਉਹ ਵੀ ਚਲੇ ਗਏ, ਪਰ ਜਦੋਂ ਉਹ ਸਿਆਣੇ ਕੋਲ ਗਏ ਕਹਿੰਦੇ ਉਹ ਮਿਲਣ ਵਾਸਤੇ ਸਮਾਂ ਨਾ ਦਵੇ। ਉਹ ਕਹਿੰਦਾ ਥੋੜੀ ਦੇਰ ਬਾਅਦ ਆਇਓ। 3-4 ਵਾਰ ਕਹਿਣ ਦੇ ਉੱਤੇ ਵੀ ਕਵੇ ਥੋੜੀ ਦੇਰ ਬਾਅਦ ਆਇਓ। ਕਹਿੰਦੇ ਇਸ ਤਰ੍ਹਾਂ 5-6 ਵਾਰੀ ਹੋਇਆ। ਉਹ ਕਹਿੰਦੇ ਵੀ ਗੱਲ ਕੀ ਆ, ਮਿਲਦਾ ਕਿਉਂ ਨਹੀਂ ਸਾਨੂੰ? ਖਾਲਸਾ ਜੀ ਅਖੀਰ ਉਹਨੇ ਸਮਾਂ ਦਿੱਤਾ। ਉਹ ਕਹਿੰਦਾ ਦੱਸੋ ਮੈਨੂੰ, ਮੇਰੇ ਕੋਲ ਕੀ ਕਰਨ ਆਏ ਹੋ? ਉਹ ਕਹਿੰਦੇ ਤੇਰੇ ਕੋਲ ਦੁਆ ਕਰਨ ਆਏ ਆ ਵੀ ਸਾਡੀ ਤਕਲੀਫ ਦੂਰ ਹੋਵੇ। ਖਾਲਸਾ ਜੀ ਅੰਦਰ ਕਮਰੇ ਵਿੱਚ ਲੈ ਗਿਆ। ਕਹਿੰਦਾ ਹੈਰਾਨੀ ਆ ਮੈਨੂੰ ਤੁਹਾਡੇ ਤੇ ਕਿ ਮੈਂ ਰੋਜ਼ਾਨਾ ਜਾਣਾ ਅੰਮ੍ਰਿਤ ਵੇਲੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਜੋੜੇ ਘਰ ਦੇ ਵਿੱਚ ਜਿੰਨੀ ਵੀ ਸੰਗਤ ਦੇ ਜੋੜਿਆਂ ਦੀ ਚਰਨ ਧੂੜੀ ਹੁੰਦੀ ਹੈ ਨਾ, ਸਾਰੀ ਇਕੱਠੀ ਕਰਕੇ ਮੈਂ ਇੱਥੇ ਲਿਆ ਕੇ ਪੂੜੀਆਂ ਬਣਾ ਬਣਾ ਦੇਈ ਜਾਣਾ ਤੇ ਲੋਕਾਂ ਨੂੰ ਵੰਡੀ ਜਾਣਾ, ਲੋਕੀ ਠੀਕ ਹੋਈ ਜਾਂਦੇ ਨੇ। ਉਹ ਬਾਬਾ ਕਹਿਣ ਲੱਗਾ ਮੈਂ ਤੁਹਾਡੇ ਬਾਪੂ ਅੱਗੇ ਤਰਲੇ ਕਾ ਕੇ ਤੁਹਾਡੇ ਬਾਪੂ ਦੇ ਘਰ ਦੀ ਧੂੜੀ ਲਿਆ ਕਰਕੇ ਇੱਥੇ ਵੰਡਦਾ ਤੇ ਤੁਸੀਂ ਮੇਰੇ ਕੋਲ ਕੀ ਲੈਣ ਆਏ ਹੋ? ਦਰਅਸਲ ਜੋ ਸਤਿਗੁਰੂ ਦੇ ਬਚਨ ਨੇ ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਜੇ ਖਾਲਸਾ ਜੀ ਇਸ ਘਰ ਤੋਂ ਪੂਰੀ ਨਹੀਂ ਪਈ ਪੈਣੀ ਕਿਤੋਂ ਵੀ ਨਹੀਂ। ਜਿੱਥੇ ਸਤਿਗੁਰੂ ਆ ਕੇ ਖੜ ਜਾਂਦੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਸ਼ਹੀਦੀ ਫੌਜਾਂ ਆ ਕੇ ਖੜ ਜਾਂਦੀਆਂ, ਉੱਥੇ ਸਭ ਫੇਲ ਹੋ ਜਾਂਦੇ ਨੇ। ਸੋ ਨਵਾਬ ਆਪ ਦੇ ਪੀਰਾਂ ਪੈਗੰਬਰਾਂ ਨੂੰ ਧਿਆਉਂਦਾ, ਪਰ ਕਹਿੰਦੇ ਗੁਰੂ ਕੇ ਸ਼ਹੀਦ ਆ ਕੇ ਸਾਹਮਣੇ ਖੜ ਜਾਂਦੇ ਵੀ ਜਿੰਨੇ ਵੀ ਇਹਦੀ ਸਿਫਾਰਿਸ਼ ਕੀਤੀ ਉਹ ਨਾਲ ਹੀ ਰਗੜਿਆ ਜਾਊਗਾ, ਕਿਉਂਕਿ ਇਸ ਨੇ ਬਹੁਤ ਤਸੀਹੇ ਦਿੱਤੇ, ਛੋਟੇ ਛੋਟੇ ਬੱਚਿਆਂ ਦੇ ਟੋਟੇ ਕੀਤੇ ਨੇ। ਇਹਨੇ ਬਹੁਤ ਗੁਰੂ ਕੇ ਸਿੱਖਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਹੈ। ਚਉ ਭਾਈ ਪੀਰ ਪਿਕੰਬਰ ਦੇਖਿਆ ਜਾਤੇ। ਖਾਲਸਾ ਜੀ ਜਿਹੜੇ ਵੀ ਪੀਰਾਂ ਪੈਗੰਬਰਾਂ ਦੇ ਅੱਗੇ ਜਾ ਕੇ ਦੁਆਵਾਂ ਕੀਤੀਆਂ, ਤਜੀ ਆਸ ਤਿਨ ਕਾਜ਼ੀ ਮੁੱਲਾ ਤੇ। ਬਸ ਦੁਆਵਾਂ ਕਰਨ ਤੋਂ ਬਾਅਦ ਪਤਾ ਲੱਗ ਪਿਆ ਵੀ ਹੁਣ ਕਿਸੇ ਨੇ ਬਾਂਹ ਨਹੀਂ ਫੜਨੀ, ਕਿਉਂਕਿ ਬਚਨ ਭਾਈ ਤਾਰੂ ਸਿੰਘ ਜੀ ਦਾ ਹੋਇਆ। ਕਹਿੰਦੇ ਸਾਰੇ ਪੀਰਾਂ ਪੈਗੰਬਰਾਂ ਦੀਆਂ ਆਸਾਂ ਖਤਮ ਹੋ ਗਈਆਂ। ਨਵਾਬ ਰਹਿਓ ਨੇ ਆਸ ਚੁਕਾਈ। ਕਹਿੰਦੇ ਨਵਾਬ ਨੇ ਹੁਣ ਕਾਜ਼ੀਆਂ ਮੁੱਲਿਆਂ ਤੋਂ ਆਸ ਖਤਮ ਕਰ ਦਿੱਤੀ। ਤਬ ਖਾਲਸੇ ਉਸ ਆਸ ਤਕਾਈ। ਉਦੋਂ ਫਿਰ ਪਤਾ ਲੱਗਾ ਨਵਾਬ ਨੂੰ ਵੀ ਹੁਣ ਜਿਸ ਖਾਲਸੇ ਭਾਈ ਤਾਰੂ ਸਿੰਘ ਦਾ ਬਚਨ ਹੋਇਆ ਨਾ, ਉਸ ਖਾਲਸੇ ਤੋਂ ਬਿਨਾ ਮੇਰੀ ਕੋਈ ਆਸ ਪੂਰੀ ਨਹੀਂ ਕਰ ਸਕਦਾ। ਜਿਹ ਸਿਰ ਪਰ ਦੁੱਖ ਲਾਗੇ ਬੰਦੇ। ਜਦੋਂ ਖਾਲਸਾ ਜੀ ਸਿਰ ਤੇ ਦੁੱਖ ਆ ਕੇ ਮੰਡਰਾਉਂਦਾ ਹੈ ਨਾ, ਬੁਰੇ ਲੱਗੇ ਤੇ ਸਭ ਹੀ ਧੰਦੇ। ਬਸ ਫਿਰ ਆ ਦੁਨਿਆਵੀ ਧੰਦੇ ਭੈੜੇ ਹੀ ਲੱਗਦੇ। ਫਿਰ ਉਹੀ ਨਜ਼ਰ ਆਉਂਦਾ ਜਿੱਥੇ ਜਾ ਕਰਕੇ ਬੰਦੇ ਦਾ ਦੁੱਖ ਦੂਰ ਹੋ ਜਾਵੇ। ਦੀਨ ਬਿਦੀਨ ਪੀਰ ਗੁਰ ਜੇਤੇ। ਜਿੰਨੇ ਵੀ ਦੀਨੇ ਮਜਬ ਦੇ ਪੀਰ ਪੈਗੰਬਰ ਜਿਹੜੇ ਵੀ ਕਾਜ਼ੀ ਮੁੱਲਾ ਸਨ, ਦੁਖੀਏ ਲੋਕ ਸੇਵਤ ਹੈ ਤੇਤੇ। ਬਸ ਖਾਲਸਾ ਜੀ ਲੋਕ ਫਿਰ ਦੁਖੀ ਹੋ ਕਰਕੇ ਸਭ ਨੂੰ ਛੱਡ ਕੇ ਇੱਕ ਪ੍ਰਮਾਤਮਾ ਨੂੰ ਧਿਆਉਂਦੇ ਨੇ। ਜਦੋਂ ਕਿਤੋਂ ਹੋਰ ਬਾਂਹ ਨਾ ਪਕੜੀ ਜਾਵੇ, ਜਦੋਂ ਕਿਤੇ ਜਾ ਕੇ ਆਸ ਪੂਰੀ ਨਾ ਹੋਵੇ, ਉਦੋਂ ਫਿਰ ਲੋਕ ਰੱਬ ਦੇ ਘਰ ਦੀ ਇਸ ਆਸ ਟਿਕਾਉਂਦੇ। ਇਸੇ ਕਰਕੇ ਗੁਰਬਾਣੀ ਨੇ ਕਿਹਾ ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਦੁਨੀਆ ਦੇ
ਦਰਾਂ ਦੀ ਆਸ ਛੱਡ ਕੇ ਪਰਮਾਤਮਾ ਦੇ ਦਰ ਦੀ ਟੇਕ ਟਿਕਾ, ਪਰਮਾਤਮਾ ਦੇ ਦਰ ਦੀ ਟੇਕ ਟਿਕਾ ਕੇ ਨਾਮ ਨੂੰ ਧਿਆਉਣਾ ਕਰ, ਕਿਉਂਕਿ ਜਿਹੜਾ ਨਾਮ ਜਪੇਗਾ, ਨਾਮ ਧਿਆਵੇਗਾ, ਨਾਮ ਦੀ ਬਰਕਤ ਨਾਲ ਸਾਰੇ ਕਾਰਜ ਰਾਸ ਹੋਣਗੇ। ਸੋ ਕਿਵੇਂ ਨਵਾਬ ਹੋਣ ਖਾਲਸੇ ਅੱਗੇ ਦੁਹਾਈ ਪਾਵੇਗਾ, ਕਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਅੱਗੇ ਤਰਲੇ ਲਵੇਗਾ ਕਿ ਆ ਮੇਰਾ ਸਿਰ ਤੁਹਾਡੇ ਕਦਮਾਂ ਵਿੱਚ ਤੇ ਇਸ ਸਿਰ ਦੇ ਵਿੱਚ ਜੁੱਤੀਆਂ ਮਾਰੋ, ਤੇ ਫਿਰ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੇ ਪੈਰ ਦੀ ਜੁੱਤੀ ਨਵਾਬ ਦੇ ਸਿਰ ਤੇ ਵੱਜੇਗੀ ਤੇ ਨਵਾਬ ਦੀ ਬੰਦ ਖਲਾਸੀ ਹੋਵੇਗੀ। ਆਪਾਂ ਕੱਲ ਸਰਵਣ ਕਰਾਂਗੇ। ਆਓ ਇੱਥੇ ਹੀ ਅਰਦਾਸ ਕਰੀਏ, ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੋਈਆਂ ਤਮਾਮ ਭੁੱਲਾਂ ਦੀ ਖਿਮਾ ਕਰਨੀ। ਆਓ ਅਖੀਰ ਦੇ ਵਿੱਚ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਹਿਤ ਉਚਾਰਨ ਕਰੋ। ਹੇ ਚੁੱਤ ਹੈ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ਼, ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਕੇ ਸਦਾ ਸੰਗ ਨੇ ਦਾਰਾ, ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ, ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਦਇਆਲੂ, ਏਕ ਅਖਰ ਹਰ ਮਨ ਬਸਤ ਨਾਨਕ, ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਗ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ। ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ, ਆਓ ਸਰਵਾ ਸਾਧ ਸੰਗਤ ਨੂੰ ਬੜੇ ਹੀ ਪਿਆਰ ਨਾਲ ਚੱਲ ਰਹੀ ਪੰਥ ਪ੍ਰਕਾਸ਼ ਦੀ ਕਥਾ ਸੰਗਤਾਂ ਨੂੰ ਸਰਨੂੰ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਭਾਈ ਸੁਰਾਂ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ। ਕੱਲ ਨੂੰ ਫਿਰ ਆਪ ਜੀ ਨੂੰ ਇਸੇ ਟਾਈਮ ਤੇ ਕਥਾ ਦੁਆਰਾ ਨਿਹਾਲ ਕਰਨਗੇ। ਆਓ ਸਤਸੰਗ ਜੀ, ਪੌਣੇ ਘੰਟੇ ਵਾਸਤੇ ਆਓ ਸੰਗਤਾਂ ਨੂੰ ਅੱਜ